ਧਨਾਸਰੀ ਛੰਤ ਮਹਲਾ ਚੌਥਾ। ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ। ਹਰਿ ਜਿਉ ਕਿਰਪਾ ਕਰੀ ਤਾ ਨਾਮ ਧਿਆਈਐ ਜਿਉ। ਸਤਿਗੁਰ ਮਿਲੇ ਸੁਭਾਈ ਸਹਿਜ ਗੁਣ ਗਾਈਐ ਜਿਉ। ਗੁਣ ਗਾਈ ਵਿਗਸੈ ਸਦਾ ਅਨੰਦਨ ਜਾਂ ਆਪ ਸਚੈ ਭਾਵੈ। ਹੰਕਾਰ ਹਉਮੈ ਤਜੀ ਮਾਇਆ ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ। ਹਰਿ ਜਿਉ ਕਿਰਪਾ ਕਰੇ ਤਾਂ ਨਾਮ ਧਿਆਈਐ ਜਿਉ। ਅੰਦਰ ਸਾਚਾ ਨਿਹੋ ਪੂਰੇ ਸਤਿਗੁਰ ਜਿਉ। ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨ ਵਿਸਰੈ ਜਿਉ। ਮੈਂ ਕਦੇ ਨ ਵਿਸਰੈ ਜਿਉ। ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸਰਵਣ ਕਰ ਰਹੇ ਸਤਸੰਗੀ ਜਨੋ, ਵੱਡੇ ਭਾਗਾ ਵਾਲੇ ਹੋ ਜੋ ਇਸ ਮਹਾਨ ਬਖਸ਼ਿਸ਼ ਨੂੰ, ਮਹਾਨ ਕਿਰਪਾ ਨੂੰ ਮਾਣ ਰਹੇ ਹੋ। ਇਹ ਆਨੰਦ ਦਾ ਮੁੱਲ ਕੋਈ ਵਿਰਲਾ ਜਾਣਦਾ ਹੈ। ਮਹਾਰਾਜਾ ਨੂੰ ਗੂੰਗੇ ਕੀ ਮਠਿਆਈ ਕਹਿੰਦੇ ਹੈ ਕਿ ਜਿਸ ਤਰ੍ਹਾਂ ਮਠਿਆਈ ਦਾ ਸਵਾਦ ਗੂੰਗਾ ਨਹੀਂ ਦੱਸ ਸਕਦਾ, ਇਸੇ ਤਰ੍ਹਾਂ ਇਹ ਜੋ ਬ੍ਰਹਮ ਦਾ ਆਨੰਦ ਹੈ, ਜੋ ਇਹ ਸਤਸੰਗ ਦੇ ਆਨੰਦ ਦੀ ਪ੍ਰਾਪਤੀ ਹੈ, ਇੱਕ ਬਹੁਤ ਵੱਡਾ ਨਸ਼ਾ ਹੈ, ਇੱਕ ਬੜਾ ਵੱਡਾ ਸਰੂਰ ਹੈ, ਆਨੰਦ ਹੈ, ਬਖਸ਼ਿਸ਼ ਹੈ, ਕਿਰਪਾ ਹੈ। ਇਹ ਕਿਰਪਾ ਜਦੋਂ ਤੁਹਾਨੂੰ ਇਹ ਆਨੰਦ ਆਉਣ ਲੱਗ ਜਾਵੇ, ਤੁਸੀਂ ਇਸ ਆਨੰਦ ਦੇ ਆਦੀ ਹੋ ਜਾਓ, ਤੁਹਾਨੂੰ ਸਤ ਸੰਗਤ ਦਾ ਰਸ ਆਉਣਾ ਸ਼ੁਰੂ ਹੋ ਜਾਏ, ਜਾਣੋ ਅਸੀਂ ਸਹੀ ਮਾਰਗ ਤੇ ਚੱਲ ਰਹੇ ਹਾਂ। ਕਿਉਂਕਿ ਬਾਹਰੋਂ ਵੇਖਣ ਦੇ ਵਿੱਚ ਜਿਹੜੀ ਫਲ ਦੀ ਬਣਤਰ ਹੈ, ਉਹਦਾ ਰੰਗ ਹੈ, ਕੁਝ ਵੀ ਹੋ ਸਕਦਾ ਹੈ। ਉਹਦੇ ਅੰਦਰ ਦਾ ਭੇਦ ਉਦੋਂ ਹੀ ਪਤਾ ਲੱਗਦਾ ਜਦੋਂ ਉਹਨੂੰ ਚਖਿਆ ਜਾਇਆ, ਖਾਇਆ ਜਾਏ, ਕੱਪੜਾ ਪਾਇਆ ਜਾਏ, ਹੰਡਾਇਆ ਜਾਏ, ਫਲ ਖਾਧਾ ਜਾਏ, ਵਸਤੂ ਜੀ ਦੀ ਹੈ, ਉਹਦੀ ਵਰਤੋਂ ਕੀਤੀ ਜਾਏ, ਫਿਰ ਪਤਾ ਲੱਗਦਾ ਹੈ ਸੋਨਾ ਸੋਨਾ ਹੈ ਕਿ ਇਹਦੇ ਤੇ ਪਾਣੀ ਚੜਿਆ। ਬਾਹਰੋਂ ਵੇਖਣ ਵਿੱਚ, ਸਰਵਣ ਕਰਨ ਦੇ ਵਿੱਚ
ਆਪਾਂ ਜਦੋਂ ਵੇਖਦੇ ਹਾਂ ਕੋਈ ਵੱਡਾ ਇਕੱਠ ਹੈ, ਉਹਨਾਂ ਇਕੱਠਾਂ ਦੇ ਵਿੱਚ ਲੱਚਰ ਗਾਇਕੀ ਵੀ ਹੁੰਦੀ ਹੈ, ਉਹ ਵੀ ਇਕੱਠ ਹੁੰਦੇ ਨੇ। ਕੋਈ ਖੇਲ ਹੋ ਰਿਹਾ, ਉਹ ਵੀ ਇਕੱਠ ਹੁੰਦਾ ਹੈ। ਵੱਖੋ ਵੱਖਰੇ ਤਰ੍ਹਾਂ ਦੇ ਮਦਾਰੀ ਤਮਾਸ਼ਾ ਦਿਖਾ ਰਹੇ, ਉਹ ਵੀ ਇਕੱਠ ਹੁੰਦਾ ਹੈ। ਪਰ ਲਾਭ ਸਭ ਦੇ ਵੱਖੋ ਵੱਖਰੇ ਨੇ। ਕੋਈ ਚੀਜ਼ ਜਦੋਂ ਤੱਕ ਵੇਖਦੇ ਆ ਉਦੋਂ ਤੱਕ ਆਨੰਦ ਦਿੰਦੀ ਹੈ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਘੰਟਾ 2 ਘੰਟੇ ਤੱਕ ਬਾਅਦ ਚ ਵੀ ਆਨੰਦ ਰਹਿੰਦਾ ਹੈ, ਮਹਿਸੂਸ ਹੁੰਦਾ ਹੈ ਕਿ ਮੈਂ ਕੋਈ ਚੰਗੀ ਚੀਜ਼ ਵੇਖੀ ਹੈ, ਅਚੰਭਾ ਹੋਇਆ ਹੈ, ਮਨ ਪ੍ਰਭਾਵ ਚ ਰਹਿੰਦਾ ਹੈ। ਪਰ ਇੱਕ ਐਸਾ ਸਤਸੰਗ ਹੈ, ਇੱਕ ਐਸਾ ਸੰਗਤ ਦਾ ਆਨੰਦ ਹੈ ਜਿਹੜਾ ਜੀਵਨ ਨੂੰ ਖੁਸ਼ਹਾਲ ਬਣਾ ਦਿੰਦਾ ਹੈ, ਰੰਗੀਨ ਬਣਾ ਦਿੰਦਾ ਹੈ। ਜਿਹੜੀ ਫਿੱਕੀ ਜ਼ਿੰਦਗੀ ਸੀ ਉਹਨੂੰ ਰਸ ਨਾਲ ਭਰ ਦਿੰਦਾ, ਦੁੱਖਾਂ ਨੂੰ ਖਤਮ ਕਰ ਦਿੰਦਾ ਹੈ, ਦੁੱਖ ਨੂੰ ਸੁੱਖ ਵਿੱਚ ਤਬਦੀਲ ਕਰ ਦਿੰਦਾ ਹੈ। ਜੀਵਨ ਦੇ ਰਸਤੇ ਜਿਹੜੇ ਬੰਦ ਸੀ ਉਹਨਾਂ ਨੂੰ ਖੋਲ ਦਿੰਦਾ ਹੈ। ਕਹਿਣ ਦਾ ਭਾਵ, ਜਿਸ ਕਾਰਨ ਮਨੁੱਖਾ ਜਾਮਾ ਪ੍ਰਾਪਤ ਹੋਇਆ ਹੈ, ਉਹਦੀ ਪ੍ਰਾਪਤੀ ਵੀ ਹੋ ਜਾਂਦੀ ਹੈ, ਉਹਦੀ ਸੰਪੂਰਨਤਾ ਵੀ ਹੋ ਜਾਂਦੀ ਹੈ, ਸ਼ੁਰੂਆਤ ਵੀ ਹੋ ਜਾਂਦੀ ਹੈ। ਤੇ ਇਹ ਜੋ ਜੀਵਨ ਚੱਲ ਰਿਹਾ ਹੈ, ਜਿਹੜਾ ਇਹ ਆਪਾਂ ਬ੍ਰਹਿਮੰਡ ਦੇ ਉੱਤੇ ਜੀਵਨ ਜੀ ਰਹੇ ਹਾਂ, ਇਹ ਜੀਵਨ ਦੀਆਂ ਮੁਸ਼ਕਲਾਂ ਵੀ ਹੱਲ ਹੋ ਜਾਂਦੀਆਂ ਨੇ। ਗੁਰਬਾਣੀ ਕਹਿੰਦੀ ਹੈ, ਲੋਕ ਸੁਖੀਏ ਤੇ ਪਰਲੋਕ ਸੁਹੇਲਾ ਹੋ ਜਾਂਦਾ। ਇਸ ਸੰਸਾਰ ਤੇ ਜਿੰਨਾ ਚਿਰ ਜੀਵਨ ਰਹਿੰਦਾ ਹੈ, ਉਹ ਵੀ ਸੁਖੀ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਇਸ ਚੀਜ਼ ਦਾ ਸਾਨੂੰ ਲਾਭ ਮਿਲਦਾ ਹੈ। ਕੀ ਲਾਭ ਮਿਲਦੇ ਨੇ? ਜੀਵਨ ਕਿਵੇਂ ਸੌਖਾ ਹੁੰਦਾ ਹੈ, ਸਤਸੰਗ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਸਤਸੰਗ ਦੀ ਪਛਾਣ ਕਿਵੇਂ ਕਰਨੀ ਹੈ, ਇਹ ਸਭ ਕੁਝ ਸਤਸੰਗ ਦੇ ਵਿੱਚ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਸਾਡੇ ਧਿਆਨ ਨੂੰ, ਸਾਡੀ ਸੋਚ ਨੂੰ ਇਹ ਗੱਲ ਸਮਝਾਉਂਦੇ ਆ। ਅਸੀਂ ਮਨ ਦੀਆਂ ਝੋਲੀਆਂ ਕਰਕੇ ਨਿਮਰਤਾ ਦੇ ਵਿੱਚ, ਪਿਆਰ ਦੇ ਵਿੱਚ ਸਤਸੰਗ ਦੀ ਬਖਸ਼ਿਸ਼ ਨੂੰ ਮੰਨਣਾ ਹੁੰਦਾ ਹੈ। ਫਿਰ ਇਹ ਸਾਰੀ ਸਮਝ, ਸਾਰਾ ਗਿਆਨ ਸਾਡੇ ਅੰਦਰ ਆ ਜਾਂਦਾ ਹੈ। ਸੋ ਆਓ, ਸ਼ਬਦ ਲਮੇਰਾ ਸੀ, ਮੈਂ ਕੁਝ ਪੰਕਤੀਆਂ, ਕੁਝ ਤੁਕਾਂ, ਕੁਝ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਨੇ। ਇਹਦੀ ਵਿਚਾਰ ਕਰਦੇ ਆ, ਪਰਮਾਤਮਾ ਦੀ ਬਖਸ਼ਿਸ਼ ਕਿਵੇਂ ਹੁੰਦੀ ਹੈ, ਗੁਰੂ ਨਾਮ ਜਪਾਉਂਦਾ ਤੇ ਕਿਵੇਂ ਜਪਾਉਂਦਾ ਹੈ, ਬੰਦਗੀ ਕਰਾਉਂਦਾ ਤੇ ਕਿਵੇਂ ਕਰਾਉਂਦਾ, ਬੰਦਗੀ ਨਹੀਂ ਹੁੰਦੀ ਤੇ ਕੀ ਹੁੰਦਾ, ਜੇ ਹੁੰਦੀ ਹੈ ਤੇ ਕੀ ਹੁੰਦਾ ਹੈ। ਇਹ ਪਰਮਾਤਮਾ ਤੋਂ ਹੀ ਪੁੱਛਦੇ ਆ ਆਪਾਂ, ਸੰਤਾਂ ਤੋਂ ਪੁੱਛਦੇ ਆ, ਮਹਾਤਮਾ ਤੋਂ ਪੁੱਛਦੇ ਆ, ਜਿਨ੍ਹਾਂ ਨੇ ਦੁੱਖ ਨੂੰ ਸੁੱਖ ਵਿੱਚ ਬਦਲ ਲਿਆ ਹੈ, ਸਰੀਰ ਆਨੰਦ ਦੀ ਪ੍ਰਾਪਤੀ ਕਰ ਲਈ ਹੈ। ਉਹ ਇਸ ਭੇਦ ਨੂੰ ਬਾਖੂਬੀ ਬੜੇ ਵਿਸਤਾਰ ਵਿੱਚ ਖੋਲ ਕੇ ਆਪਣੀ ਆਤਮਿਕ ਸ਼ਕਤੀ ਨਾਲ ਇਸ ਗਿਆਨ ਦਾ ਸਾਡੇ ਉੱਤੇ ਪ੍ਰਭਾਵ, ਸਾਡੇ ਉੱਤੇ ਬਖਸ਼ਿਸ਼ ਕਰ ਸਕਦੇ। ਆਓ ਸਭ ਤੋਂ ਪਹਿਲਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਫਤਿਹ ਬੁਲਾਓ, ਆਪਣੇ ਈਸ਼ਟ ਨੂੰ, ਆਪਣੇ ਗੁਰੂ ਨੂੰ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ, ਇਹ ਮਿਹਰ ਕੀਤੀ ਹੈ, ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀ ਚਰਨ ਬੰਦਨਾ ਕਰੀਏ, ਉਹਨਾਂ ਦਾ ਸ਼ੁਕਰਾਨਾ ਕਰੀਏ। ਮਹਾਰਾਜ ਜੀ, ਤੁਹਾਡੀ ਯਾਤਰਾ ਭਾਵੇਂ ਅੱਗੇ ਚਲੀ ਗਈ, ਪਰ ਇਹ ਤੁਹਾਡਾ ਲਾਇਆ ਬੂਟਾ, ਕਿਰਪਾ ਕਰਨਾ ਸਦੀਵ ਕਾਲ। ਜਿਸ ਭਾਵਨਾ ਨਾਲ, ਜਿਸ ਮਕਸਦ ਨਾਲ ਆਪ ਜੀ ਨੇ ਇਹ ਬੂਟਾ ਲਾਇਆ ਹੈ, ਇਹ ਆਪਣਾ ਫਰਜ਼ ਨਿਭਾਉਂਦਾ ਰਹੇ।
ਇਹ ਆਸ਼ੀਰਵਾਦ ਤੁਸੀਂ ਬਖਸ਼ਿਸ਼ ਕਰਦੇ ਰਹਿਣਾ। ਗੁਰੂ ਕਿਤੇ ਨਹੀਂ ਜਾਂਦੇ, ਸਰੀਰ ਦੀਆਂ ਯਾਤਰਾਵਾਂ ਬਦਲਦੀਆਂ ਰਹਿੰਦੀਆਂ ਨੇ। ਸੰਸਾਰ ਕੱਲ ਬਚਨ ਕੀਤੇ ਸੀ, ਬ੍ਰਹਮ ਦਾ ਪਸਾਰਾ ਹੁੰਦਾ ਰਹਿੰਦਾ ਹੈ, ਆਤਮਾ ਦੀ ਯਾਤਰਾ ਚੱਲਦੀ ਰਹਿੰਦੀ ਹੈ। ਕਰਮ ਅਨੁਸਾਰ ਹਰ ਬੰਦਾ ਅੱਗੇ ਵਧਦਾ ਰਹਿੰਦਾ ਹੈ। ਜੋ ਬੀਤ ਗਿਆ ਉਹ ਪਾਸਟ ਬਣ ਜਾਂਦਾ ਹੈ, ਉਹ ਤਾਂ ਜੋ ਹੋਣਾ ਹੋ ਗਿਆ। ਆਉਣ ਵਾਲੇ ਸਮੇਂ ਦੀ ਗੁਰਬਾਣੀ ਆਪਾਂ ਨੂੰ ਗੁਰੂ ਲੋਕ ਸੰਤ ਮਹਾਤਮਾ ਸੋਝੀ ਦਿੰਦੇ ਨੇ, ਕਹਿੰਦੇ ਜੋ ਲੰਘ ਗਿਆ ਉਹਨੂੰ ਛੱਡ, ਬੀਤ ਗਏ ਨੂੰ ਛੱਡ, ਉਹ ਮੁਰਦਾ ਹੋ ਗਿਆ, ਉਹ ਖਤਮ ਹੋ ਗਿਆ, ਉਹ ਲੰਘ ਚੁੱਕਿਆ। ਲਕੀਰ ਕੁੱਟਣ ਨਾਲ ਕੁਝ ਨਹੀਂ ਬਣਦਾ, ਆਉਣ ਵਾਲਾ ਆਪਣਾ ਅਗਲਾ ਜੀਵਨ ਸੁਧਾਰੋ। ਆਓ ਉਪਦੇਸ਼ ਹਾਸਲ ਕਰੀਏ। ਸਭ ਤੋਂ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਦੇਵ ਮਹਾਰਾਜ ਕੀ ਜੈ। ਸ਼੍ਰੀ ਚੰਦਰ ਭਗਵਾਨ ਸਾਹਿਬ ਜੀ ਕੀ ਜੈ। ਸਮਾਂ ਆਪਣੀ ਚਾਲੇ ਚੱਲਿਆ ਜਾ ਰਿਹਾ, ਦਿਨ ਚੜ੍ਹਦਾ ਬਤੀਤ ਹੋ ਜਾਂਦਾ ਹੈ, ਰਾਤ ਪੈਂਦੀ ਹੈ ਲੰਘ ਜਾਂਦੀ ਹੈ। ਛਿਨ ਛਿਨ ਔਦ ਬਿਹਾਟ ਹੈ, ਫੂਟੇ ਘਟ ਜਿਉ ਪਾਣੀ। ਬੰਦਿਆ, ਸਵਾਸਾਂ ਰੂਪੀ ਘੜਾ ਤੇਰਾ ਪਰਮੇਸ਼ਰ ਨੇ ਭਰ ਕੇ ਭੇਜਿਆ ਸੀ। ਨਿਯਮ ਅਨੁਸਾਰ ਉਹਨੇ ਇੱਕ ਛੇਕ ਕਰ ਦਿੱਤਾ ਹੈ। ਉਸ ਛੇਕ ਦੇ ਵਿੱਚੋਂ ਰੋਜ਼ ਤੇਰੇ 24,000 ਸਵਾਸ ਇਸ ਸੰਸਾਰ ਦੇ ਵਿੱਚ ਖਿਲਰ ਜਾਂਦੇ ਨੇ। ਉਹ ਰਾਤ ਨੂੰ ਵੀ ਚੱਲਦੇ ਨੇ, ਦਿਨ ਵੀ ਚੱਲਦੇ ਨੇ। ਉਹਨਾਂ ਸਵਾਸਾਂ ਦਾ ਤੇਰੀ ਸੁਰਤੀ ਬਿਰਤੀ ਨਾਲ ਕੋਈ ਮਤਲਬ ਨਹੀਂ। ਉਹ ਤੇਰੀ ਪੂੰਜੀ ਲਗਾਤਾਰ ਖਿਲਰਦੀ ਜਾ ਰਹੀ ਹੈ। ਤੇਰਾ ਇੰਧਨ, ਤੇਰੀ એનર્ਜੀ, ਤੇਰੀ ਜਿਹੜੀ ਉਹ ਪੂੰਜੀ ਹੈ, ਉਹ 24,000 ਸਵਾਸ ਤੋਂ ਆਪਣਾ ਰੋਜ਼ ਦਾ ਲੈ ਰਿਹਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਇਹ ਪੂੰਜੀ ਕਿਉਂ ਮਿਲੀ ਹੈ? ਬ੍ਰਹਮ ਲੋਕ ਦੇ ਵਾਸੀ, ਬ੍ਰਹਮ ਨੂੰ ਜਾਣਨ ਵਾਲੇ, ਜੋ ਬ੍ਰਹਮ ਦੇ ਹੋ ਗਏ, ਬ੍ਰਹਮ ਗਿਆਨੀ ਮਹਾਤਮਾ, ਲੋਕ ਤੇ ਪਰਲੋਕ ਦਾ ਗਿਆਨ ਰੱਖਣ ਵਾਲੇ ਸਤਿਪੁਰਸ਼ ਇਹ ਗਿਆਨ ਦਿੰਦੇ ਹੈ ਕਿ ਵੱਡੇ ਭਾਗਾਂ ਦੀ ਪ੍ਰਾਪਤੀ ਨਾਲ ਸ੍ਰੇਸ਼ਟ ਜੋਨੀ ਮਨੁੱਖ ਬਣਿਆ ਹੈ। ਸੰਸਾਰ ਦਾ ਨਿਯਮ ਹੈ, ਕਰਤਾਰ ਹਰ ਬੰਦੇ ਨੂੰ ਇੱਕ ਅਵਸਰ, ਇੱਕ ਮੌਕਾ ਦਿੰਦਾ ਹੈ। ਉਹ ਨਿਰੰਜਨ ਨਿਰੰਕਾਰ ਅਬਨਾਸੀ ਘਟ ਘਟ ਵਿੱਚ ਸਮਾਇਆ, ਉਹ ਹਰ ਇੱਕ ਨੂੰ ਮੌਕਾ ਦਿੰਦਾ ਹੈ। ਮੌਕਾ ਵਾਰੀ ਅਨੁਸਾਰ ਮਿਲਦਾ ਹੈ। ਸਾਰਿਆਂ ਬੰਦਿਆਂ ਨੂੰ, ਸਾਰੀਆਂ ਜੁਨੀਆਂ ਨੂੰ, ਸਾਰੀਆਂ ਆਤਮਾਵਾਂ ਨੂੰ ਇੱਕੋ ਕੰਮ ਤੇ ਇੱਕੋ ਵਾਰੀ ਨਹੀਂ ਲਾਇਆ ਜਾ ਸਕਦਾ। ਸਮੇਂ ਅਨੁਸਾਰ ਇੱਕ ਚੱਕਰ ਚੱਲ ਰਿਹਾ ਹੈ। ਉਹ ਚੱਕਰ ਘੁੰਮਦਾ ਜਾਂਦਾ ਹੈ, ਘੁੰਮਦਾ ਜਾਂਦਾ ਹੈ, ਘੁੰਮਦਾ ਜਾਂਦਾ ਹੈ। ਲਾਟਾਂ ਦੇ ਲਾਟ, ਪੂਰਾਂ ਦੇ ਪੂਰ ਅੱਗੇ ਤੁਰੇ ਜਾਂਦੇ ਨੇ, ਆਪਦੀ ਯਾਤਰਾ ਕਰਦੇ ਜਾਂਦੇ ਨੇ। ਉਹਦੇ ਵਿੱਚੋਂ ਇੱਕ ਵਾਰੀ ਆਉਂਦੀ ਹੈ 84 ਲੱਖ ਜੋਨੀਆਂ ਤੋਂ ਬਾਅਦ ਸਰਦਾਰ ਜੋਨੀ ਮਨੁੱਖ ਦੀ। ਇਸ ਮਨੁੱਖਾ ਜਾਮੇ ਨੂੰ ਪ੍ਰਾਪਤ ਕਰਨ ਵਾਸਤੇ ਵੀ ਹਜ਼ਾਰਾਂ ਆਤਮਾਵਾਂ ਲੈਣਾ ਵਿੱਚ ਲੱਗੀਆਂ। ਜਿਸ ਤਰ੍ਹਾਂ ਦੀ ਆਤਮਾ ਹੁੰਦੀ ਏ, ਉਸ ਤਰ੍ਹਾਂ ਦੀ ਉਹਨੂੰ ਕੁੱਖ ਨਸੀਬ ਹੋ ਜਾਂਦੀ ਏ।
ਚੰਗੇ ਸੰਤ ਮਹਾਤਮਾ ਬੰਦਗੀ ਵਾਲੇ ਜਿਨ੍ਹਾਂ ਦਾ ਇਹ ਬੰਦਗੀ ਦਾ ਸਫ਼ਰ ਆਰੰਭ ਹੋ ਗਿਆ, ਉਹਨਾਂ ਵਾਸਤੇ ਸੰਸਾਰ ਤੇ ਆਉਣਾ ਸਪੈਸ਼ਲ ਵੱਖਰਾ। ਉਹਨਾਂ ਵਾਸਤੇ ਉਹ ਬੰਦਗੀ ਵਾਲੀਆਂ ਮਾਵਾਂ, ਉਹ ਬੰਦਗੀ ਵਾਲੇ ਪੁਰਖ ਜਦੋਂ ਉਹਨਾਂ ਦੇ ਸਹਿਯੋਗ ਬਣਦੇ ਨੇ, ਸੰਸਾਰ ਦੇ ਉੱਤੇ ਉਹ ਲੋਕ ਆਉਂਦੇ ਨੇ, ਆਪਣੇ ਸਰੀਰ ਦੀ ਪਵਿੱਤਰਤਾ ਕਾਇਮ ਰੱਖਦੇ ਨੇ, ਫਿਰ ਐਸੀਆਂ ਸੰਸਾਰਕ ਰਸਤੇ ਜਿਹੜੇ ਉਹ ਰਸਤਾ ਬਣਦਾ ਮਾਤਾ ਤੇ ਪਿਤਾ ਦਾ, ਐਸੇ ਰਾਹਾਂ ਤੋਂ ਫਿਰ ਸਤਿਪੁਰਸ਼ ਇਸ ਸੰਸਾਰ ਤੇ ਅਵਤਾਰ ਧਾਰਦੇ ਨੇ। ਕਰੀਏ ਆਮ ਲੋਕਾਂ ਦੀ ਗੱਲ, ਆਪੋ ਆਪਣੇ ਕਰਮਾਂ ਅਨੁਸਾਰ ਹਰ ਬੰਦਾ ਆਪੋ ਆਪਣੀ ਕੁੱਖ ਅਨੁਸਾਰ ਜਨਮ ਲਈ ਜਾ ਰਿਹਾ। ਪਹਿਲਾਂ ਤਾਂ ਵੱਡਾ ਕਾਰਨ ਇਹ ਹੈ ਕਿ 84 ਲੱਖ ਜੂਨੀ ਦਾ ਸਫ਼ਰ ਬੜਾ ਵੱਡਾ ਹੈ। ਕਹਿ ਲਈਏ ਅਣਗਿਣਤ ਸਮਾਂ ਲੱਗਦਾ, ਪਰ 750 ਅਰਬ ਸਾਲ ਵੇਦਾਂ ਤੇ ਸ਼ਾਸਤਰਾਂ ਨੇ ਗਿਣਿਆ। ਇਹ ਵੀ ਕੋਈ ਗਿਣਤੀ ਪੱਕੀ ਨਹੀਂ, ਪਰ ਫਿਰ ਵੀ ਇਸ ਸੰਸਾਰ ਤੇ ਬੜੇ ਬੜੇ ਵਿਦਵਾਨ ਹੋਏ ਨੇ, ਜਿਨ੍ਹਾਂ ਪਰਮੇਸ਼ਰ ਪਰਮਾਤਮਾ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਕਿਤੋਂ ਇਲਾਹੀ ਰਸਤੇ ਤੋਂ ਇਹ ਜਾਣਕਾਰੀ ਹਾਸਲ ਕੀਤੀ ਹੋਏਗੀ, ਪਰ ਕਹਿਣ ਦਾ ਭਾਵ ਅਸੀਂ ਇਦਾਂ ਲੈ ਲਈਏ ਕਿ ਬੜਾ ਔਖਾ, ਬੜਾ ਲੰਮਾ ਸਮਾਂ ਲੱਗਦਾ ਇਹਨੂੰ। ਇੰਨੇ ਸਮੇਂ ਬਾਅਦ ਮਿਲਿਆ ਹੋਇਆ ਮਨੁੱਖਾ ਜਾਮਾ ਇੰਨੀਆਂ ਔਖਿਆਈਆਂ ਨਾਲ ਹਜ਼ਾਰਾਂ ਤੇ ਕਰੋੜਾਂ ਭਰੂਣ ਬੰਦੇ ਦੇ ਅੰਦਰ ਮਨੁੱਖਾ ਜਾਮਾ ਬਣਨ ਨੂੰ ਤਿਆਰ ਬੈਠੇ ਨੇ। ਉਹਨਾਂ ਕਰੋੜਾਂ ਭਰੂਣਾਂ ਚੋਂ ਇੱਕ ਦਾ ਭਾਗ ਜਾਗਦਾ ਹੈ, ਫਿਰ ਕਿਤੇ ਮਨੁੱਖ ਸਰੀਰ ਬਣਦਾ ਤੇ ਉਸ ਮਨੁੱਖ ਦੇ ਵਿੱਚ ਕਿਸੇ ਆਤਮਾ ਨੂੰ ਇਸ ਸੰਸਾਰ ਦੇ ਵਿੱਚ ਆਉਣ ਦੀ ਆਗਿਆ ਹੁੰਦੀ ਹੈ। ਏਡਾ ਔਖਾ, ਇੰਨਾ ਮੁਸ਼ਕਲ, ਇੰਨੀ ਵੱਡੀ ਭੀੜ ਦੇ ਵਿੱਚੋਂ ਨਿਕਲ ਕੇ ਇੱਕ ਮਨੁੱਖਾ ਜਾਮਾ ਪ੍ਰਾਪਤ ਕਰਨ ਤੋਂ ਬਾਅਦ ਜੇ ਬੰਦਾ ਬੇਹੋਸ਼ੀ ਦੇ ਵਿੱਚ, ਜੂਏ ਦੇ ਵਿੱਚ, ਅਗਿਆਨਤਾ ਦੇ ਵਿੱਚ, ਹਨੇਰੇ ਦੇ ਵਿੱਚ, ਗਿਆਨ ਹੋਣ ਦੇ ਬਾਵਜੂਦ, ਧਰਮ ਹੋਣ ਦੇ ਬਾਵਜੂਦ ਧਰਮ ਨੂੰ ਅਪਣਾਵੇ ਨਾ, ਗਿਆਨ ਹੋਣ ਦੇ ਬਾਵਜੂਦ ਗਿਆਨ ਨੂੰ ਲਵੇ ਨਾ, ਗੁਰੂ ਹੋਣ ਦੇ ਬਾਵਜੂਦ ਗੁਰੂ ਧਾਰਨ ਨਾ ਕਰੇ, ਗੁਰਬਾਣੀ ਹੋਣ ਦੇ ਬਾਵਜੂਦ ਗੁਰਬਾਣੀ ਪੜ੍ਹੇ ਤੇ ਵਿਚਾਰੇ ਨਾ, ਸੰਤ ਮਹਾਤਮਾ ਸੰਸਾਰ ਤੇ ਹੋਣ ਦੇ ਬਾਵਜੂਦ ਉਹਨਾਂ ਦੀਆਂ ਮੰਨੇ ਨਾ, ਤੇ ਫਿਰ ਸਤਿਗੁਰ ਕਹਿੰਦੇ ਨੇ ਇਹ ਜਨਮ ਜੂਏ ਹਾਰਿਆ। ਕਹਿੰਦੇ ਨੇ ਹਾਰ ਜਾਏਗਾ, ਬੜਾ ਵੱਡਾ ਘਾਟਾ ਪਏਗਾ ਤੈਨੂੰ, ਬੜਾ ਵੱਡਾ। ਪਤਾ ਨਹੀਂ ਕਿੰਨੇ ਜਨਮ ਤੈਨੂੰ ਰੋਣਾ ਪਵੇਗਾ, ਕਿੰਨੇ ਜਨਮ ਤੈਨੂੰ ਕਰਲਾਉਣਾ ਪਏਗਾ, ਕੈਸੀਆਂ ਕੈਸੀਆਂ ਜੂਨਾ ਗੰਦਗੀ ਗਟਰ ਦੇ ਕੀੜੇ ਬਣੇਗਾ ਤੂੰ। ਇਸ ਸੰਸਾਰ ਦੇ ਬੰਦਿਆਂ ਨੇ ਤਾਂ ਛੱਡ, ਕਿਸੇ ਜੀਵ ਨੇ ਵੀ ਤੇਰੇ ਤੇ ਤਰਸ ਨਹੀਂ ਕਰਨਾ। ਪਤਾ ਨਹੀਂ ਲੱਗਣਾ ਤੂੰ ਕਿੱਥੇ ਜਨਮ ਲੈਂਦਾ ਪਿਆ, ਪਹਿਲਾਂ ਕੌਣ ਸੈਂ ਤੇ ਹੁਣ ਕੀ ਹੈ। ਐਸੀ ਬਣੇਗੀ ਤੇਰੇ ਨਾਲ, ਐਸੀ ਬਣੇਗੀ। ਇਸ ਕਰਕੇ ਧਰਮ ਦਾ ਕੰਮ ਹੈ, ਗੁਰੂਆਂ ਦਾ ਕਾਰਜ ਹੈ, ਬਾਣੀ ਦਾ ਮਨੋਰਥ ਹੈ, ਵੇਦਾਂ ਸ਼ਾਸਤਰਾਂ ਦਾ ਉਪਰਾਲਾ ਹੈ, ਉਪਾਅ ਹੈ ਕਿ ਬੰਦੇ ਜਾਗ ਜਾਗ, ਮਨੁੱਖ ਜਾਗ। ਬਾਣੀ ਜਗਾਉਂਦੀ, ਵੇਦ ਜਗਾਉਂਦੇ, ਸ਼ਾਸਤਰ ਜਗਾਉਂਦੇ, ਦੇਵੀ ਦੇਵਤੇ ਜਗਾਉਂਦੇ। ਕਹਿੰਦੇ ਮਨੁੱਖਾ ਦੇ ਹੀ ਇੱਕ ਐਸਾ ਰਸਤਾ ਹੈ ਜਿਸ ਰਸਤੇ ਤੋਂ ਤੂੰ ਸੰਸਾਰ ਲੋਕ ਤੋਂ ਬ੍ਰਹਮ ਲੋਕ ਦਾ ਸਫ਼ਰ ਤੈਅ ਕਰ ਸਕਦਾ। ਹੋਰ ਕੋਈ ਰਸਤਾ ਨਹੀਂ ਹੈ, ਇੱਕੋ ਇੱਕ ਰਸਤਾ ਹੈ ਜਿਹੜਾ ਸੰਸਾਰ ਲੋਕ ਤੋਂ ਬ੍ਰਹਮ ਲੋਕ ਜਾਣ ਦਾ ਰਸਤਾ ਹੈ। ਉਹ ਇੱਕ ਹੀ ਰਸਤਾ ਹੈ। ਉਹ ਰਸਤਾ ਕਿੱਥੋਂ ਸ਼ੁਰੂ ਹੁੰਦਾ ਹੈ?
ਉਹ ਰਸਤਾ ਸ਼ੁਰੂ ਹੁੰਦਾ ਹੈ ਆਤਮ ਖੋਜ ਤੋਂ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਹ ਇਸ ਆਤਮ ਖੋਜ ਤੋਂ ਸ਼ੁਰੂ ਹੁੰਦਾ ਹੈ। ਜਿੰਨਾ ਵੀ ਧਰਮ ਗ੍ਰੰਥ ਨੇ, ਜਿੰਨੇ ਵੀ ਵੇਦ ਸ਼ਾਸਤਰ ਨੇ, ਜਿੰਨੀਆਂ ਵੀ ਸਿਮਰਤੀਆਂ ਪੁਰਾਣ ਨੇ, ਕੋਈ ਵੀ ਧਾਰਮਿਕ ਪੁਸਤਕ ਹੈ ਜਿਹੜੀ ਕਿਸੇ ਬ੍ਰਹਮ ਗਿਆਨੀ ਦੀ ਰਚਨਾ ਹੈ, ਜਿਹੜੀ ਕਿਤੇ ਸੰਤ ਮਹਾਤਮਾ ਦੀ ਬ੍ਰਹਮ ਵਿੱਚ ਲੀਨ ਹੋਏ ਹੋਏ ਬ੍ਰਹਮ ਨੂੰ ਪ੍ਰਾਪਤ ਕਰ ਚੁੱਕੇ ਕਿਸੇ ਸੰਤ ਦੀ ਰਚਨਾ ਹੈ, ਉਹ ਤੈਨੂੰ ਉਸ ਆਤਮ ਖੋਜ ਦੀ ਤਿਆਰੀ ਲਈ ਰਸਤਾ ਦੱਸ ਰਹੀ ਹੈ। ਆਤਮ ਖੋਜ ਤੇਰੀ ਕਿਸੇ ਦੂਜੇ ਨੇ ਨਹੀਂ ਕਰਨੀ। ਜਿਹੜੇ ਲੋਕ ਇਸ ਭਰੋਸੇ ਤੇ ਬੈਠੇ ਨੇ, ਜਿਹੜੇ ਲੋਕ ਮੁੱਲ ਦੀ ਭਗਤੀ ਦੇ ਉੱਤੇ ਭਰੋਸਾ ਕਰਕੇ ਬੈਠੇ ਨੇ, ਮੁੱਲ ਦੀ ਭਗਤੀ, ਅਸੀਂ ਮੁੱਲ ਦੀ ਭਗਤੀ ਕਰਾ ਲਾਂਗੇ, ਸਾਡੇ ਸੰਤ ਹੈਗੇ ਨੇ ਉਹਨਾਂ ਤੋਂ ਆਸ਼ੀਰਵਾਦ ਲੈ ਲਾਂਗੇ, ਸਾਡੇ ਜਿਹੜੇ ਸਥਾਨ ਤੇ ਅਸੀਂ ਜਾਂਦੇ ਹਾਂ ਉੱਥੇ ਸ਼ਕਤੀ ਬਹੁਤ ਹੈ, ਤੁਹਾਨੂੰ ਮੁਬਾਰਕ, ਤੁਹਾਡੇ ਸੰਤ ਵੀ ਸ਼ਕਤੀ ਵਾਲੇ, ਤੁਹਾਡੀਆਂ ਥਾਵਾਂ ਵੀ ਸ਼ਕਤੀ ਵਾਲੀਆਂ, ਤੁਹਾਡੇ ਗ੍ਰੰਥ ਵੀ ਸ਼ਕਤੀ ਵਾਲੇ, ਤੁਹਾਡਾ ਸਭ ਕੁਝ ਯੋਗ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਜਿੱਥੇ ਜਾਂਦੇ ਹੋ ਉੱਥੇ ਪੁੱਛਣਾ ਕਿ ਸੰਤ ਜੀ ਮੇਰੀ ਜਗ੍ਹਾ ਤੇ ਤੁਸੀਂ ਮੇਰੀ ਆਤਮਕ ਖੋਜ ਕਰ ਦਿਓਗੇ? ਮੈਂ ਜੇ ਨਾਮ ਨਾ ਜਪਾਂ, ਮੇਰੇ ਹਿਸਾਬ ਕਿਤਾਬ ਤੁਸੀਂ ਉੱਤੇ ਦੇ ਦਿਓਗੇ? ਮੇਰੇ ਜਿਹੜੇ ਜਨਮਾਂ ਦੇ ਪੁੰਨ ਤੇ ਪਾਪ ਨੇ ਉਹਨਾਂ ਦਾ ਲੇਖਾ ਤੁਸੀਂ ਦੇ ਦਿਓਗੇ? ਜੇ ਸੰਤ ਕਹਿ ਵੀ ਦੇਣ ਤੇ ਕਿੰਨਿਆਂ ਦਾ ਦੇਣਗੇ? ਮੰਨ ਲਓ, ਪਹਿਲੀ ਗੱਲ ਹੈ ਐਸਾ ਹੁੰਦਾ ਨਹੀਂ, ਇੱਕ ਕੁਦਰਤ ਦੇ ਨਿਯਮ ਦੇ ਉਲਟ ਹੈ। ਮਹਾਰਾਜ ਕੀ ਬਾਣੀ ਕਹਿੰਦੀ ਹੈ, ਜੋ ਜੋ ਜਪੇ ਤਿਸ ਕੀ ਗਤ ਹੋਏ। ਸੰਤ ਮਦਦਗਾਰ ਹੋ ਜਾਂਦਾ ਹੈ। ਸੰਤ ਥੋੜੀ ਬਹੁਤੀ ਭਗਤੀ ਹੋਵੇ ਅੱਗੇ ਜਨਮ ਕਰਾ ਦਿੰਦਾ ਹੈ, ਸੰਤ ਰਾਹ ਪਾ ਦਿੰਦਾ ਹੈ। ਸੰਤ ਪਰਮਾਤਮਾ ਤੋਂ ਤੁਹਾਡਾ ਕੋਈ ਗੁਣ ਔਗਣ ਤੁਹਾਡੇ ਤੋਂ ਬੁਰਾ ਹੋ ਗਿਆ, ਉਹਦੇ ਤੇ ਲੀਕ ਮਾਰ ਕੇ ਤੁਹਾਨੂੰ ਦੁਬਾਰਾ ਤੋਂ ਜਨਮ ਦਵਾ ਸਕਦਾ ਹੈ। ਪਰ ਤੁਹਾਡੇ ਅੰਦਰ ਬੈਠੀ ਆਤਮਾ ਨੂੰ ਪਰਮਾਤਮਾ ਚ ਵਿੱਚ ਬਦਲਣਾ ਤੁਹਾਡੀ ਮਿਹਨਤ ਨਾਲ ਹੈ। ਜਿਵੇਂ ਅਸੀਂ ਕਿਸੇ ਬੰਦੇ ਨੂੰ ਉਹਦੀ ਜਵਾਨ ਕਰ ਸਕਦੇ ਹਾਂ, ਉਹਨੂੰ ਖੁਰਾਕ ਚੰਗੀ ਦੇ ਕੇ, ਉਹਨੂੰ ਚੰਗੇ ਕੱਪੜੇ ਪਵਾ ਕੇ ਉਹਨੂੰ ਸਜਾ ਸਕਦੇ ਹਾਂ, ਉਹਦੇ ਵਾਸਤੇ ਚੰਗੇ ਘਰ ਦਾ ਇੰਤਜ਼ਾਮ ਕਰ ਸਕਦੇ ਹਾਂ, ਉਹਦੇ ਵਾਸਤੇ ਅਸੀਂ ਕਈ ਸਹੂਲਤਾਂ ਇਕੱਠੀਆਂ ਕਰ ਸਕਦੇ ਹਾਂ, ਉਹਦੇ ਵਾਸਤੇ ਅਸੀਂ ਕੋਈ ਸ਼ਾਦੀ ਦਾ ਪ੍ਰਬੰਧ ਕਰ ਸਕਦੇ ਹਾਂ, ਉਹਦੇ ਵਾਸਤੇ ਅਸੀਂ ਜਿਹੜਾ ਕਾਰਜ ਉਹਨੂੰ ਨਹੀਂ ਆਉਂਦਾ ਉਹਦਾ ਅਸੀਂ ਉਹਨੂੰ ਗਿਆਨ ਦੇ ਸਕਦੇ ਹਾਂ, ਉਹਨੂੰ ਸੋਝੀ ਦੇ ਸਕਦੇ ਹਾਂ। ਪਰ ਜਿਹੜਾ ਬੱਚਾ ਪੈਦਾ ਕਰਨਾ ਹੈ, ਉਹ ਜੇ ਉਹਦੇ ਅੰਦਰ ਸ਼ਕਤੀ ਹੋਏਗੀ ਤਾਂ ਹੀ ਉਹ ਪੈਦਾ ਹੋਏਗਾ, ਉਹ ਤਾਕਤ ਪੈਦਾ ਹੋਏਗੀ, ਉਹਦੀ ਸੰਪੂਰਨਤਾ ਹੀ ਹੋਏਗੀ, ਉਹਨਾਂ ਦੋਨਾਂ ਬੱਚਿਆਂ ਦੀ ਉਹ ਤਾਂ ਪੈਦਾ ਹੋਏਗਾ। ਤੁਸੀਂ ਦੇਖਦੇ ਹੋ ਸੰਸਾਰ ਤੇ ਕਿੰਨੇ ਲੋਕ ਬਾਂਝ ਨੇ, ਹਜ਼ਾਰਾਂ ਯਤਨ ਉਹਨਾਂ ਨੇ ਕਰ ਲੈਣੇ ਤੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ, ਨਹੀਂ ਇਹ ਨਹੀਂ ਹੋ ਸਕਦਾ। ਉਹਨਾਂ ਦੀ ਜਗ੍ਹਾ ਤੇ ਕੋਈ ਆਪ ਦਾ ਬੱਚਾ ਪੈਦਾ ਕਰਕੇ ਉਹਨਾਂ ਨੂੰ ਦੇ ਦੇਵੇ, ਉਹ ਵੱਖਰੀ ਗੱਲ ਹੈ, ਮਨ ਨੂੰ ਧਰਵਾਸ ਦੇ ਲੈਣ, ਮੈਂ ਗੋਦ ਲੈ ਲਿਆ। ਪਰ ਆਪਣੇ ਬੱਚੇ ਦੀ ਮਾਂ ਉਹ ਤਾਂ ਹੀ ਬਣੇਗੀ ਜੇ ਉਹਦੇ ਅੰਦਰ ਗੁਣ ਹੋਵੇ, ਜੇ ਉਹਦੇ ਅੰਦਰ ਇਹ ਸ਼ਕਤੀ ਹੋਏਗੀ, ਉਹਦੀ ਕੁੱਖ ਨੂੰ ਭਾਗ ਲੱਗੇਗਾ, ਉਹਦੇ ਅੰਦਰ ਇਹ ਪ੍ਰਕਿਰਿਆ ਪੂਰੀ ਹੋਏਗੀ, ਵਰਨਾ ਨਹੀਂ ਹੋ ਸਕਦਾ। ਇਸੇ ਤਰ੍ਹਾਂ
ਜਿਹੜੀ ਤੁਹਾਡੇ ਅੰਦਰ ਦਾ ਉਹ ਇਨਸੀਡੈਂਟ ਹੈ ਜਿੱਥੇ ਤੁਸੀਂ ਦੋਵਾਂ ਨੇ ਇੱਕ ਹੋਣਾ ਹੈ। ਇਹ ਪ੍ਰਮਾਣ ਜਿਹੜਾ ਦੋਨਾਂ ਜੀਆਂ ਦਾ ਦੇ ਰਹੇ ਆ, ਇਹ ਇਸ ਕਰਕੇ ਦੇ ਰਹੇ ਆ, ਅੰਦਰ ਵੀ ਤੁਸੀਂ ਦੋਨਾਂ ਨੇ ਇੱਕ ਹੋਣਾ ਤੇ ਇੱਕ ਇਨਸੀਡੈਂਟ ਹੋਣਾ, ਉਹਦੇ ਤੋਂ ਬ੍ਰਹਮ ਪੈਦਾ ਹੋਣਾ ਹੈ। ਇਹਦੇ ਪ੍ਰਮਾਣ ਹੋਰ ਵੀ ਬਹੁਤ ਨੇ, ਪਰ ਸਮਾਂ ਘੱਟ ਹੋਣ ਕਰਕੇ ਮੈਂ ਤੁਹਾਨੂੰ ਇੱਕ ਗੱਲ ਸਮਝਾਉਣ ਵਾਸਤੇ ਕਹਿ ਰਿਹਾ। ਜਿਸ ਤਰ੍ਹਾਂ ਯੋਗ ਪਤੀ ਤੇ ਪਤਨੀ ਆਪਸ ਵਿੱਚ ਜਦੋਂ ਤੱਕ ਮਨੋਂ ਇੱਕ ਨਹੀਂ ਹੁੰਦੇ, ਜਦੋਂ ਤੱਕ ਜੋ ਨਿਯਮ ਹੈ ਉਸ ਨਿਯਮ ਮੁਤਾਬਕ ਪਤੀ ਆਪਣਾ ਸਾਰਾ ਕੁਝ ਪਤੀ ਨੂੰ ਨਾ ਦੇਵੇ, ਪਤੀ ਆਪਣਾ ਸਾਰਾ ਕੁਝ ਪਤਨੀ ਨੂੰ ਨਾ ਦੇ ਦੇਵੇ, ਇੱਕ ਦੂਜੇ ਦੀ એનર્ਜੀ ਇੱਕ ਨਾ ਹੋ ਜਾਵੇ, ਇੱਕ ਦੂਜੇ 'ਚ ਅਭੇਦ ਨਾ ਹੋ ਜਾਵੇ, ਇੱਕ ਦੂਜੇ ਵਿੱਚ ਮਿਕਸ ਨਾ ਹੋ ਜਾਵੇ ਉਹ એનર્ਜੀ, ਉਦੋਂ ਤੱਕ ਬੱਚਾ ਪੈਦਾ ਨਹੀਂ ਹੁੰਦਾ। ਜਦੋਂ ਤੱਕ ਤੁਹਾਡੀ એનર્ਜੀ ਤੁਹਾਡੀ ਆਤਮਾ ਦੇ ਵਿੱਚ ਪ੍ਰਵੇਸ਼ ਨਹੀਂ ਕਰਦੀ, ਉਦੋਂ ਤੱਕ ਤੁਹਾਡੇ ਅੰਦਰ ਬ੍ਰਹਮ ਦੀ ਘਟਨਾ ਨਹੀਂ ਹੋ ਸਕਦੀ। ਔਰ ਜਿਸ ਪਰਮਾਤਮਾ ਨੂੰ ਤੁਸੀਂ ਲੱਭਦੇ, ਬਚਪਨ ਤੋਂ ਜਵਾਨੀ 'ਚ ਆ ਗਏ ਹੋ, ਜਵਾਨੀ ਤੋਂ ਬੁਢੇਪੇ 'ਚ ਚਲੇ ਗਏ ਹੋ, ਇਹ ਘਟਨਾ ਤੁਹਾਡੇ ਨਾਲ ਹਲੇ ਨਹੀਂ ਵਾਪਰੀ, ਤੁਸੀਂ ਮਤ ਸਮਝ ਲੈਣਾ ਤੁਹਾਨੂੰ ਰੱਬ ਮਿਲ ਗਿਆ। ਕਿਸੇ ਗ੍ਰੰਥ ਨੇ, ਕਿਸੇ ਜਗ੍ਹਾ ਨੇ, ਕਿਸੇ ਤਾਕਤ ਨੇ, ਕਿਸੇ ਸ਼ਕਤੀ ਨੇ ਉਹ ਬ੍ਰਹਮ ਨੂੰ ਪੈਦਾ ਕਰਕੇ ਤੁਹਾਨੂੰ ਨਹੀਂ ਦੇਣਾ। ਉਹ ਬ੍ਰਹਮ ਜਦੋਂ ਵੀ ਪੈਦਾ ਹੋਇਆ ਉਹ ਘਟਨਾ ਤੁਹਾਡੇ ਅੰਦਰ ਘਟਣੀ ਹੈ। ਉਹਦੇ ਵਾਸਤੇ ਸੋਭਾ ਭਾਵੇਂ ਗੁਰਬਾਣੀ ਨੂੰ ਮਿਲ ਜਾਏ, ਉਹਦੇ ਵਾਸਤੇ ਸੋਭਾ ਭਾਵੇਂ ਕਿਸੇ ਸੰਤ ਨੂੰ ਮਿਲ ਜਾਏ, ਕਿਸੇ ਸਥਾਨ ਨੂੰ ਮਿਲ ਜਾਏ, ਕਿਸੇ ਨਦੀ ਨੂੰ ਮਿਲ ਜਾਏ, ਕਿਸੇ ਪਹਾੜ ਨੂੰ ਮਿਲ ਜਾਏ ਕਿ ਫਲਾਣੇ ਪਹਾੜ ਤੇ ਬਹਿ ਕੇ ਇਹ ਘਟਨਾ ਹੋਈ, ਇਹ ਭਾਗਾਂ ਵਾਲਾ ਹੈ, ਤੁਸੀਂ ਉਹਨੂੰ ਪੂਜਣ ਲੱਗ ਜਾਓ। ਪਰ ਖਿਆਲ ਰੱਖਣਾ ਘਟਨਾ ਤੁਹਾਡੇ ਅੰਦਰ ਘਟੀ ਹੈ, ਪਹਾੜ 'ਚ ਨਹੀਂ ਘਟੀ ਹੋ। ਉਹ ਘਟਨਾ ਕਿੱਥੇ ਘਟੀ ਹੈ? ਉਹ ਤੁਹਾਡੇ ਸਰੀਰ 'ਚ ਘਟੀ ਹੈ। ਬੱਚਾ ਪੈਦਾ ਭਾਵੇਂ ਅਮਰੀਕਾ 'ਚ ਹੋ ਜਾਏ ਜਾ ਕੇ, ਬੱਚਾ ਪੈਦਾ ਭਾਵੇਂ ਰਾਜਸਥਾਨ ਦੇ ਰੇਤੇ 'ਚ ਹੋ ਜਾਏ, ਬੱਚਾ ਪੈਦਾ ਭਾਵੇਂ ਕਿਸੇ ਮਹਿਲ 'ਚ ਹੋ ਜਾਏ ਤੇ ਕਿਸੇ ਝੋਪੜੀ 'ਚ ਹੋ ਜਾਏ, ਬੱਚਾ ਪੈਦਾ ਝੋਪੜੀ ਨੇ ਨਹੀਂ ਕੀਤਾ, ਬੱਚਾ ਪੈਦਾ ਮਾਤਾ ਤੇ ਪਿਤਾ ਨੇ ਕੀਤਾ। ਬੱਚਾ ਪੈਦਾ ਮਾਤਾ ਤੇ ਪਿਤਾ ਦੀ એનર્ਜੀ ਨੇ ਕੀਤਾ ਹੈ, ਉਸ ਮਿਹਨਤ ਨੇ ਕੀਤਾ ਹੈ, ਉਸ ਸਮੇਂ ਨੇ ਕੀਤਾ ਹੈ। ਉਸ ਬੱਚਾ ਪੈਦਾ ਕਰਨ ਦੇ ਵਿੱਚ ਜਿੰਨੇ ਵੀ ਐਫਰਟ ਚਾਹੀਦੇ ਸੀ, ਸਾਰੇ ਜਦੋਂ ਬਰੋਬਰ ਕੰਮ ਕੀਤਾ, ਸਾਰੇ ਐਫਰਟ ਨੇ, ਸਾਰੀਆਂ ਸ਼ਕਤੀਆਂ ਨੇ ਜਦੋਂ ਬਰੋਬਰ ਕੰਮ ਕੀਤਾ ਤੇ ਫਿਰ ਬ੍ਰਹਮ ਪੈਦਾ ਹੋਇਆ, ਫਿਰ ਬੱਚਾ ਪੈਦਾ ਹੋਇਆ। ਇੱਕ ਵੀ ਤਾਕਤ ਉਹਦੇ ਚੋਂ ਆਪਣੀ ਜ਼ਿੰਮੇਵਾਰੀ ਨਾ ਨਿਭਾਉਂਦੀ। ਮੰਨ ਲਓ ਬੱਚੀ ਨੂੰ ਗਿਆਨ ਨਾ ਹੋਵੇ, ਬੱਚਾ ਕਿੱਦਾਂ ਪੈਦਾ ਕਰਨਾ ਹੈ, ਉਹ ਆਪਣੇ ਪਤੀ ਨੂੰ ਹੱਥ ਹੀ ਨਾ ਲਾਉਣ ਦੇਵੇ, ਉੱਥੇ ਬੱਚਾ ਪੈਦਾ ਹੋ ਜਾਏਗਾ। ਪਤੀ ਨੂੰ ਗਿਆਨ ਨਾ ਹੋਵੇ ਕਿ ਆਪਣੇ ਪਤਨੀ ਨਾਲ ਮੇਰਾ ਵਿਵਹਾਰ ਕੀ ਹੋਣਾ ਚਾਹੀਦਾ ਹੈ, ਇਹ ਤਾਂ ਬੰਦਾ ਛੱਡੋ, ਕਿਸੇ ਜਾਨਵਰ ਦੀ ਜਗ੍ਹਾ ਲਾ ਲਓ। ਜਾਨਵਰ, ਜਦੋਂ ਦੋਨਾਂ ਜਾਨਵਰਾਂ ਦਾ ਆਪਸ ਵਿੱਚ ਮਿਲਣ ਹੀ ਠੀਕ ਨਾ ਹੋਵੇ ਤੇ ਬੱਚਾ ਪੈਦਾ ਹੋ ਜਾਏਗਾ? ਨਹੀਂ ਹੁੰਦਾ। ਇਸੇ ਤਰ੍ਹਾਂ ਬ੍ਰਹਮ ਦੀ ਘਟਨਾ ਤੁਹਾਡੇ ਅੰਦਰ ਹੋਣੀ ਹੈ। ਬ੍ਰਹਮ ਤੁਹਾਡੇ ਅੰਦਰ ਪੈਦਾ ਹੋਣਾ ਹੈ। ਉਹ ਬ੍ਰਹਮ ਕਿੱਦਾਂ ਪੈਦਾ ਹੋਏਗਾ? ਗਿਆਨ ਦਿੰਦੇ ਨੇ ਸਾਨੂੰ ਗ੍ਰੰਥ। ਗ੍ਰੰਥ ਦੀ ਸੰਪੂਰਨਤਾ, ਗ੍ਰੰਥ ਦਾ ਸੰਪੂਰਨ ਗਿਆਨ ਤੁਹਾਨੂੰ ਬ੍ਰਹਮ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦਾ। ਗ੍ਰੰਥ ਕੋਈ ਲੈ ਲਓ, ਉਹ ਗ੍ਰੰਥ ਕੀ ਹੈ? ਉਹ ਇੱਕ ਬ੍ਰਹਮ ਗਿਆਨੀ ਦਾ ਗਿਆਨ ਹੈ। ਉਹ ਇੱਕ ਬ੍ਰਹਮ ਗਿਆਨੀ ਦੇ ਜੀਵਨ ਦਾ ਨਿਚੋੜ ਹੈ। ਇੱਕ ਬ੍ਰਹਮ ਗਿਆਨੀ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਕਿੱਦਾਂ ਪ੍ਰਾਪਤ ਕੀਤਾ ਹੈ? ਇਹ ਉਹਨੇ ਆਪਣੀ ਸ਼ਕਤੀ ਨਾਲ, ਆਪਣੀ ਤਾਕਤ ਨਾਲ ਉਹ ਅੱਖਰ ਲਿਖੇ ਨੇ ਜਿਨ੍ਹਾਂ ਅੱਖਰਾਂ ਨਾਲ ਬ੍ਰਹਮ ਪੈਦਾ ਹੁੰਦਾ ਹੈ। ਤੁਸੀਂ ਉਸ ਘਟਨਾ ਨੂੰ ਅੰਜਾਮ ਨਾ ਦਿਓ।
ਜੋ ਲਿਖਿਆ ਹੋਇਆ ਉਹ ਕਰੋ ਨਾ, ਤੇ ਵਾਰ-ਵਾਰ ਉਹ ਫਾਰਮੂਲਾ ਪੜ੍ਹੀ ਜਾਓ, ਉਹ ਗਿਆਨ ਪੜ੍ਹੀ ਜਾਓ, ਤੇ ਘਟਨਾ ਹੋ ਜਾਏਗੀ। ਕਿਸੇ ਇੱਕ ਸ਼ਕਤੀ ਦੀ ਤੁਸੀਂ ਤਾਕਤ ਦੀ ਆਰਾਧਨਾ ਕਰਦੇ ਹੋ। ਮੰਨ ਲਓ ਕਿਸੇ ਦੇਵੀ ਦੇਵਤੇ ਦੀ ਆਰਾਧਨਾ ਕਰਦੇ ਹੋ, ਸ਼ਹੀਦ ਸਿੰਘ ਦੀ ਆਰਾਧਨਾ ਕਰਦੇ ਹੋ, ਕਿਸੇ ਹੋਰ ਤਾਕਤ ਦੀ ਆਰਾਧਨਾ ਕਰਦੇ ਹੋ, ਉਹ ਸਾਰੀਆਂ ਤਾਕਤਾਂ, ਉਹ ਸ਼ਕਤੀਆਂ ਤੁਹਾਡੇ ਅੰਦਰ ਨੇ। ਪਹਿਲਾਂ ਗੱਲ ਇਹ ਸਮਝਾ ਦਿਆਂ, ਜਿਸ ਸ਼ਕਤੀ ਦੀ ਵੀ ਭਾਵਨਾ ਤੁਹਾਡੇ ਅੰਦਰ ਆਏਗੀ, ਉਹ ਸ਼ਕਤੀ ਤੁਹਾਡੇ ਅੰਦਰ ਜਨਰੇਟ ਹੋ ਜਾਏਗੀ, ਪੈਦਾ ਹੋ ਜਾਏਗੀ। ਉਹ ਸ਼ਕਤੀ ਤੁਹਾਨੂੰ ਦਿਖਣ ਲੱਗ ਜਾਏਗੀ, ਗੱਲਾਂ ਵੀ ਕਰਨ ਲੱਗ ਜਾਏਗੀ, ਕੰਮ ਵੀ ਕਰੇਗੀ। ਧਿਆਨ ਦੇਣਾ। ਮੰਨ ਲਓ ਤੁਸੀਂ ਕਿਸੇ ਸ਼ਕਤੀ ਦੀ ਪੂਜਾ ਕਰਦੇ ਹੋ, ਉਹਨੂੰ ਪੁਕਾਰਦੇ ਹੋ। ਪੂਜਾ ਕਰਨਾ, ਉਹਨੂੰ ਪੁਕਾਰਨਾ, ਪੂਜਣਾ। ਜਿਵੇਂ ਉਦਾਹਰਨ ਦੇ ਤੌਰ ਤੇ ਕੋਈ ਸ੍ਰੀ ਹਨੂਮਾਨ ਜੀ ਨੂੰ ਪੂਜਦਾ ਹੈ, ਕੋਈ ਭੈਰੋ ਨੂੰ ਪੂਜਦਾ ਹੈ, ਕੋਈ ਮੁਸਲਮਾਨ ਫਕੀਰਾਂ, ਪੀਰਾਂ ਫਕੀਰਾਂ ਨੂੰ ਪੂਜਦਾ ਹੈ, ਕੋਈ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਨੂੰ ਪੂਜਦਾ ਹੈ, ਕੋਈ ਸਿੱਖ ਧਰਮ ਦੇ ਗੁਰੂਆਂ ਨੂੰ, ਸ਼ਹੀਦ ਸਿੰਘਾਂ ਨੂੰ ਪੂਜਦਾ ਹੈ। ਜਦੋਂ ਤੁਸੀਂ ਉਹਦੀ ਆਰਾਧਨਾ ਕਰੋਗੇ ਕਿਸੇ ਇੱਕ ਵਿਸ਼ੇਸ਼ ਸ਼ਕਤੀ ਦੀ, ਉਹ ਸ਼ਕਤੀ ਦੀ ਜਦੋਂ ਤੁਸੀਂ ਦਿਲ ਲਾ ਕੇ ਆਰਾਧਨਾ ਕਰੋਗੇ, ਇਹ ਗੱਲ ਪੱਕੀ ਹੈ, ਭਾਵੇਂ ਉਹ 10 ਦਿਨਾਂ 'ਚ, ਭਾਵੇਂ 20 ਦਿਨਾਂ 'ਚ, ਭਾਵੇਂ ਮਹੀਨੇ ਦੇ ਵਿੱਚ, ਉਹ ਸ਼ਕਤੀ ਆਪਣੇ ਰੂਪ ਵਿੱਚ ਤੁਹਾਡੇ ਸਾਹਮਣੇ ਆ ਜਾਏਗੀ, ਤੁਹਾਨੂੰ ਅਹਿਸਾਸ ਕਰਾ ਦੇਗੀ, ਜੇ ਤੁਹਾਡੀ ਸੱਚੇ ਦਿਲੋਂ ਭਗਤੀ ਹੋਏਗੀ ਉਹਦੇ ਪ੍ਰਤੀ। ਉਹ ਸ਼ਕਤੀ ਨਾਲ ਤੁਸੀਂ ਆਪਣੇ ਦੁਨਿਆਵੀ ਕਾਰਜ ਕਰ ਲਓਗੇ, ਉਹਦੇ ਨਾਲ ਤੁਸੀਂ ਕਈ ਬੁਰਾਈਆਂ ਤੋਂ, ਕਈ ਦੁੱਖਾਂ ਤੋਂ ਬਚ ਜਾਓਗੇ। ਕਿਉਂਕਿ ਭਲੇ ਲੋਕਾਂ ਦਾ, ਭਲੀਆਂ ਸ਼ਕਤੀਆਂ ਦਾ ਕੰਮ ਹੁੰਦਾ ਤੁਹਾਨੂੰ ਬਚਾ ਦੇਣਾ। ਉਹ ਆਪਣੇ ਸੁਭਾਅ ਮੁਤਾਬਕ ਤੁਹਾਡਾ ਭਲਾ ਕਰਨਗੀਆਂ। ਪਰ ਤੁਸੀਂ ਇੱਕ ਖਿਆਲ ਰੱਖਣਾ, ਆਖਰ ਵੇਲੇ ਜਦੋਂ ਤੁਹਾਡੇ ਕਰਮਾਂ ਦਾ ਹਿਸਾਬ ਹੋਣਾ ਹੈ, ਜਦੋਂ ਤੁਹਾਨੂੰ ਅੱਗੇ ਇਸ ਜੀਵਨ ਦਾ ਹਿਸਾਬ ਕਿਤਾਬ ਕਰਕੇ ਤੁਹਾਡੀ ਆਤਮਾ ਨੇ ਅੱਗੇ ਜਾਣਾ ਹੈ, ਉੱਥੇ ਹਿਸਾਬ ਕਿਤਾਬ ਉਹ ਚੱਲਣਾ ਜਿਹੜਾ ਤੁਸੀਂ ਜਿਸ ਕਰਮ ਕੀਤੇ ਨੇ, ਜਿਹੜੇ ਉੱਥੇ ਉਹ ਸ਼ਕਤੀ ਨੇ ਨਾਲ ਨਹੀਂ ਜਾਣਾ। ਦੁਨੀਆ ਦੇ ਉੱਤੇ ਜਿਹੜਾ ਮਰਜ਼ੀ ਕੰਮ ਕਰਾ ਲਓ, ਲੇਕਿਨ ਅੰਤ ਕਾਲ, ਆਖਰ ਵੇਲੇ ਇਹ ਲੇਖਾ ਤੇਰੇ ਜੀ ਪੈ ਲੀਜੈ। ਕਿਹਦੇ ਤੋਂ ਲੀਜੈ? ਆਖਰ ਵੇਲੇ ਇਹ ਲੇਖਾ ਤੇਰੇ ਜੀ ਤੋਂ ਲਿਆ ਜਾਣਾ ਹੈ, ਤੇਰੀ ਜਾਨ ਤੋਂ ਲਿਆ ਜਾਣਾ ਹੈ। ਸ਼ਕਤੀਆਂ ਦੇ ਆਪੋ ਆਪਣੇ ਸੁਭਾਅ ਨੇ। ਕਈ ਸਤਿਪੁਰਸ਼ ਨੇ, ਉਹਨਾਂ ਨੂੰ ਤੁਸੀਂ ਆਰਾਧਦੇ ਹੋ, ਉਹ ਜਦੋਂ ਆ ਜਾਂਦੇ ਨੇ, ਕਈ ਵਾਰੀ ਉਹ ਸ਼ਕਤੀਆਂ ਵੀ ਤੁਹਾਨੂੰ ਇਹ ਬੇਨਤੀ ਕਰਦੀਆਂ ਨੇ, ਇਹ ਹੁਕਮ ਕਰਦੀਆਂ ਨੇ, ਭਾਈ ਤੂੰ ਨਾਮ ਜਪਿਆ ਕਰ। ਅਸੀਂ ਜੇ ਇੱਥੇ ਪਹੁੰਚੇ ਆ ਤੇ ਨਾਮ ਜਪ ਕੇ ਪਹੁੰਚੇ ਆ। ਜੇ ਅਸੀਂ ਅੱਜ ਸ਼ਕਤੀ ਬਣੇ ਆ ਤੇ ਨਾਮ ਬਣ ਕੇ ਬਣੇ। ਪਰ ਜਿਹੜੀਆਂ ਸ਼ਕਤੀਆਂ, ਕੁਝ ਸ਼ਕਤੀਆਂ ਐਸੀਆਂ ਨੇ ਜਿਹੜੀਆਂ ਇਹ ਗਿਆਨ ਨਹੀਂ ਰੱਖਦੀਆਂ, ਉਹਨਾਂ ਨੇ ਆਪਣੇ ਜੀਵਨ 'ਚ ਰਿੱਧੀਆਂ ਸਿੱਧੀਆਂ ਹੀ ਹਾਸਲ ਕੀਤੀਆਂ ਨੇ, ਹੰਕਾਰ ਤੇ ਹਉਮੈ ਹੀ ਹਾਸਲ ਕੀਤੀ ਏ। ਅੱਗੇ ਉਹਨਾਂ ਦਾ ਜਨਮ ਨਹੀਂ ਹੋਇਆ, ਉਹ ਹੰਕਾਰ ਤੇ ਹਉਮੈ 'ਚ ਭਟਕਦੀਆਂ ਪਈਆਂ ਨੇ। ਜਿੱਥੇ ਜਾਂਦੀਆਂ ਨੇ ਉਹ ਹੰਕਾਰ ਤੇ ਹਉਮੈ 'ਚ ਬੋਲਦੀਆਂ ਨੇ। ਜਿਸ ਤਰ੍ਹਾਂ ਹੰਕਾਰੀ ਬੰਦਾ ਬੋਲਦਾ, ਮੈਂ ਦੁਨੀਆ ਪੁੱਠੀ ਕਰ ਦੂੰਗਾ, ਜਿਹੜਾ ਮੇਰੇ ਨਾਲ ਵਿਗਾੜੇਗਾ ਮੈਂ ਉਹਦਾ ਇਹ ਕਰ ਦਿਆਂਗਾ, ਮੈਂ ਨਾਸ਼ ਕਰ ਦਿਆਂਗਾ, ਮੈਂ ਆਬਾਦ ਕਰ ਦਿਆਂਗਾ, ਮੈਨੂੰ ਆਬਾਦ ਵੀ ਕਰਨਾ ਆਉਂਦਾ ਹੈ, ਬਰਬਾਦ ਵੀ ਕਰਨਾ ਆਉਂਦਾ ਹੈ। ਜਿਹੜਾ ਮੇਰੇ ਨਾਲ ਪੰਗਾ ਲਏਗਾ ਮੈਂ ਉਹਨੂੰ ਜਿੰਦਾ ਨਹੀਂ ਛੱਡਾਂਗਾ, ਉਜਾੜ ਦਿਆਂਗਾ।
वो फिर वो शक्तियां ऐसियां ने। पर एक ज्ञान तुहानू धर्म दे रहे, जिन्नी मेहनत तुसी इस काम ते लाउणी है, उन्नी मेहनत तुसी अपने आप नू जानन ते ला लो। बगानिया शक्तियां तो कदों तक काम लाओगे? तुहाडे अंदर ब्रह्म है, तुहाडे अंदर परमेश्वर है, तुहाडे अंदर खुदा है। तुसी आपदा खुदा छड्ड के मंगवियां चीजां ते निर्भर हो गए। मंग के खाण की आदत पै गई। जिहड़ी चीज आप कमा ना सके, वो ठगियां मार के चोरी करके संतां दे चरनां च पै के आशीर्वाद दे रूप विच थोड़ी बहुती माया दे के संतां दी खुशी लैनी, थोड़ा बहुता सेवा करके। बंदा दा दिमाग शरारती है। ये असल भगती नहीं करता, ये चोर मोरियां थानी चीजां लभदा। ये संतां दे वचन नहीं समझदा, ये उहदे विचों रस्ते कढदा भी संतां दी उवें ही खुशी मिल जाए किसी तरीके। मैं गल्लां नाल ही संतां दे उत्ते काबू पा ला, मैं दुनियावी बुद्धि नाल इन्हां कोल चंगा बन जा। तू किन्नू ठगदा पिया? तेनू पता है इहदे उत्ते कौन कौन बैठे ने? तेनू पता है तेरी इस हरकत नू कौन कौन रिकॉर्ड करदा पिया? तेनू पता है तेनू किन्नियां अखां वेखदियां पईयां ने? तेनू पता वो ऐसी अख है एक जिहदे ते ना हनेरे दा प्रभाव है ना चानण दा प्रभाव। तू किसे नू नहीं ठगदा पिया, तू अपने आप नू ठगदा पिया। तू किसे दा समा नहीं बर्बाद करदा पिया, तू अपना समा बर्बाद करदा पिया। बंदिया अपना समा बर्बाद करदा पिया। बाकी सारे रस्ते टाइमली ने, टाइमली उन्हां दा कुछ समय। पर एक रास्ता ऐसा है जिहड़ा सदीव काल दा राज दिंदा है। ये सारियां कहानियां करके, ये सारा ज्ञान दे के, फिर सतपुरुष अखीर च आके एक चानण देंदे ने, एक प्रकाश देंदे ने। कहंदे बंदिया इन्ने चक्करां च जो तू पैणा है, टूणे करदा है, टपाणे करदा है, खूहां ते जाल पाउणा है, पानी इकट्ठा करना है, पता नहीं किन्ने क दिन वार ते उपा करदा फिरदा है, शरीर नूं तंग करदा फिरदा है, भट्ठियां तपाउणा है, बुरे हालात करदा है, सिले कढदा है। हौमे ते हंकार दा अपना जिहड़ा कुप है ओनू उच्चा करी जाना है, झंडे नूं उच्चा करी जाना है, सिंबल रुख बनी जाना है। एक काम कर, एक काम कर, एक वचन मानना, संतां दा वचन मानना, उस वचन नूं कमा, एक लेवा देवी बना, एक सांझ पा। किन्ना नाल? ब्रह्म नाल। ब्रह्म कौन है? आ सारे ग्रंथ ब्रह्म ने, इन्हां नूं रचन वाले ब्रह्म ने, इन्हां दी राखी करन वाले ब्रह्म ने। घट घट विच ब्रह्म समाया है। तू शैतान नूं याद कर, शैतान आ जाएगा। भूत नूं याद कर, भूत आ जाएगा। संत नूं याद कर, संत आ जाएगा। रब नूं याद कर, रब आ जाएगा। ये तां कल्प वृक्ष है, ऐदा समझो। इहदे तो तां जो मंगेगा वही मिल जाएगा।
ਇਹ ਤਾਂ ਧਰਤੀ ਹੈ, ਇੱਥੇ ਤਾਂ ਜੋ ਬੀਜੇਗਾ ਉਹ ਖੜੇਗਾ। ਇਹ ਤਾਂ ਕਰਮਾਂ ਸੰਦੜਾ ਖੇਤ ਹੈ, ਇਹ ਜੀਵਨ ਤਾਂ ਖੇਤ ਹੈ, ਇਹਦੇ ਵਿੱਚ ਜਿਹੜਾ ਬੀਜ ਪਾਏਗਾ ਉਹ ਖੜੇਗਾ। ਇੱਥੇ ਕਰਮ ਉਗਦੇ ਨੇ, ਇੱਥੇ ਬੀਜ ਅੱਖਾਂ ਨਾਲ ਵੀ ਪੈਂਦਾ, ਕੰਨਾਂ ਨਾਲ ਵੀ ਪੈਂਦਾ, ਨੱਕ ਨਾਲ ਵੀ ਪੈਂਦਾ, ਬੋਲਣ ਨਾਲ ਵੀ ਪੈਂਦਾ, ਹੱਥਾਂ ਪੈਰਾਂ ਦੇ ਕਰਨ ਨਾਲ ਵੀ ਪੈਂਦਾ, ਕਦਮ ਕਦਮ ਚੱਲਣ ਨਾਲ ਵੀ ਪੈਂਦਾ। ਜਿਵੇਂ ਮਰਜ਼ੀ ਬੀਜ ਪਾ ਲੈ, ਜਿਹੋ ਜਿਹਾ ਬੀਜ ਪਾਏਗਾ ਉਗ ਖੜੇਗਾ। ਉਸੇ ਬੀਜ ਨੂੰ ਫਿਰ ਤੈਨੂੰ ਜਨਮ ਦਰ ਜਨਮ ਵੱਢਣਾ ਪਏਗਾ। ਕੁਛ ਤਾਂ ਐਸੇ ਦੁੱਖ ਨੇ ਜਿਹੜੇ ਇਸੇ ਜੀਵਨ 'ਚ ਸ਼ੁਰੂ ਹੋ ਜਾਣਗੇ, ਤੇ ਕੁਛ ਇਹ ਨੇ ਕੁਛ ਵਕਫਾ ਪਾ ਕੇ ਖੜੇ ਹੋ ਜਾਣਗੇ। ਪਰ ਅੰਤ ਕਾਲ ਆਖਰ ਵੇਲੇ ਇਹ ਲੇਖਾ ਤੇਰੀ ਜੀ ਪਹਿਲੀ ਜੀ। ਤੂੰ ਜਿੰਨੇ ਮਰਜੀ ਗੁਨਾਹ ਪਾਪ ਕਰਦਾ ਰਹਿ, ਬਹਾਨਾ ਲਾ ਕੇ ਮੈਂ ਤਾਂ ਬੱਚਿਆਂ ਨੂੰ ਖਵਾਉਣਾ ਹੈ, ਮੈਂ ਤਾਂ ਮਜਬੂਰੀ ਹੈ, ਕੰਮ ਨਹੀਂ ਬਣਦਾ, ਆ ਸੀ ਉਹ ਸੀ, ਆ ਕਾਰਨ ਸੀ, ਭਵਨ ਚਲਾਣਾ, ਡੇਰਾ ਚਲਾਣਾ, ਇਸ ਕਰਕੇ ਉਸ ਕਰਕੇ, ਗਰੀਬੀ ਹੈ, ਅਮੀਰੀ ਹੈ, ਜਿੰਨੇ ਮਰਜੀ ਰੀਜ਼ਨ ਦੇ, ਜਿੰਨੇ ਮਰਜੀ ਤੂੰ ਉਦਾਹਰਨ ਦੇ, ਪਰ ਪਰਮਾਤਮਾ ਸਭ ਬਾਤ ਜਾਣਦਾ, ਰੱਬ ਸਭ ਗੱਲ ਜਾਣਦਾ, ਖੁਦਾ ਸਭ ਜਾਣਦਾ, ਉਹਨੂੰ ਸਭ ਪਤਾ। ਜਦੋਂ ਬੰਦਾ ਰੱਬ ਨੂੰ ਬਹੁਤਾ ਉਲਝਾਉਣ ਦਾ ਕੋਸ਼ਿਸ਼ ਕਰੇ ਨਾ, ਫਿਰ ਰੱਬ ਖਾਮੋਸ਼ ਹੋ ਜਾਂਦਾ, ਚੁੱਪ ਹੋ ਜਾਂਦਾ। ਕਿਉਂਕਿ ਸਮਝਾਉਣ ਦਾ ਵੀ ਕੋਈ ਸਮਾਂ ਹੁੰਦਾ ਹੈ। ਕਿਸੇ ਬੰਦਾ ਗਲਤ ਰਾਹ ਤੇ ਪੈ ਗਿਆ, ਉਹਨੂੰ ਸਮਝਾਉਣ ਦਾ ਵੀ ਕੋਈ ਸਮਾਂ ਹੈ। ਕੋਈ ਤੁਹਾਡਾ ਬੰਨਿਆ ਨਹੀਂ ਬੈਠਾ ਸਾਰੀ ਉਮਰ ਤੁਹਾਡੇ ਪਿੱਛੇ ਡਾਂਗ ਲੈ ਕੇ ਤੁਰਿਆ ਰਹੇਗਾ, ਉਹ ਨਾ ਕਰ ਪੁੱਤਰ, ਨਾ ਕਰ ਪੁੱਤਰ, ਨਾ ਕਰ ਪੁੱਤਰ। ਅਖੀਰ ਜਦੋਂ ਪੁੱਤਰ ਹੱਦ ਤੋਂ ਵੱਧ ਜਾਂਦਾ ਹੈ, ਸ਼ਿਸ਼ ਹੱਦ ਤੋਂ ਵੱਧ ਜਾਂਦਾ ਹੈ, ਕੋਈ ਆਮ ਜੀਵ ਹੱਦ ਤੋਂ ਲੰਘ ਜਾਂਦਾ ਹੈ, ਫਿਰ ਪਰਮਾਤਮਾ ਦਾ ਭਾਣਾ ਮੰਨ ਕੇ ਸਤਿਪੁਰਸ਼, ਮਹਾਤਮਾ, ਚੰਗੀਆਂ ਸ਼ਕਤੀਆਂ, ਗੁਰਦੇਵ, ਬ੍ਰਹਮ, ਕੁਦਰਤ ਸਭ ਖਾਮੋਸ਼ ਹੋ ਜਾਂਦੇ, ਔਰ ਉਸ ਉਹਦੇ ਰਿਜ਼ਲਟ ਦੀ, ਉਹਦੇ परिणाम ਦੀ ਉਡੀਕ ਕਰਦੇ ਨੇ। ਇਸ ਕਰਕੇ परिणाम ਦੀ ਉਡੀਕ ਕਰੀਏ, ਇਹ ਨਹੀਂ ਨਾ ਕਰੀਏ। ਪੜ੍ਹਾਈ ਕੀਤੀ ਹੋਵੇ, ਮਿਹਨਤ ਕੀਤੀ ਹੋਵੇ, परिणाम ਦੀ ਹਰ ਕੋਈ ਉਡੀਕ ਕਰਦਾ ਹੈ, ਪਰ ਚੰਗੇ ਦੀ ਕਰੀਏ, ਚੰਗੇ ਦੀ ਕਰੀਏ, ਬੁਰੇ ਦੀ ਨਾ ਕਰੀਏ। ਤੁਸੀਂ ਇਹ ਨਾ ਸੋਚੋ ਵੀ ਰਾਤ ਨੂੰ ਤਾਰੇ ਚੜੇ ਹੋਏ ਸੀ ਤੇ ਤਾਰੇ ਵੇਖਦੇ ਸੀ ਤੇ ਸੂਰਜ ਚੜ ਗਿਆ, ਹੁਣ ਤਾਰੇ ਛੁਪ ਗਏ ਨੇ। ਐਸਾ ਨਹੀਂ ਹੈ। ਤਾਰੇ ਵੀ ਉੱਥੇ ਨੇ, ਚੰਦਰਮਾ ਵੀ ਉੱਥੇ ਹੀ ਹੈ, ਆਕਾਸ਼ ਵੀ ਉੱਥੇ ਹੀ ਹੈ। ਇਹ ਤੁਹਾਡਾ ਭੁਲੇਖਾ ਹੈ। ਤੁਹਾਡੇ ਜੀਵਨ ਦੇ ਵਿੱਚ ਕੁਛ ਐਸਾ ਆ ਗਿਆ ਜਿਹਦੇ ਕਰਕੇ ਤੁਹਾਨੂੰ ਉਹ ਵਿਖਣੇ ਬੰਦ ਹੋ ਗਏ ਨੇ। ਜਿਵੇਂ ਸੂਰਜ ਦੇ ਪ੍ਰਕਾਸ਼ ਕਰਕੇ ਉਹ ਤਾਰੇ ਵਿਖਣੋਂ ਬੰਦ ਹੋ ਜਾਂਦੇ ਨੇ, ਉਹ ਤਾਰੇ ਗਏ ਕਿਤੇ ਨਹੀਂ, ਉਹ ਉੱਥੇ ਹੀ ਨੇ। ਪਰਮਾਤਮਾ ਤਾਂ ਮੌਜੂਦ ਹੈ, ਘਟ ਘਟ ਵਿੱਚ ਹੈ। ਉਹ ਸਾਨੂੰ ਨਹੀਂ ਵੇਖਦਾ ਪਿਆ ਤੇ ਇਹਦੇ ਵਿੱਚ ਗਲਤੀ ਉਹਦੀ ਥੋੜਾ ਹੈ। ਅਸੀਂ ਸੋਚ ਬੈਠੇ ਆ ਵੀ ਤਾਰੇ ਹੁਣ ਹੈ ਨਹੀਂ ਗੇ, ਅਸੀਂ ਸੋਚਦੇ ਪਏ ਨਹੀਂ, ਉਹ ਇੱਕ ਬਦਲਾਵ ਹੈ। ਉਸ ਬਦਲਾਵ ਦੇ ਕਾਰਨ ਤੁਸੀਂ ਧਰਮ ਦਾ ਸਹਾਰਾ ਲੈਣਾ ਹੈ। ਧਰਮ ਤੁਹਾਨੂੰ ਕਹਿੰਦਾ ਪਿਆ ਤਾਰੇ ਦਿਨੇ ਵੀ ਹੈਗੇ ਨੇ। ਧਰਮ ਤੁਹਾਨੂੰ ਕਹਿੰਦਾ ਪਿਆ ਘਟ ਘਟ ਮੈਂ ਹਰ ਜੂ ਬਸੈ। ਤੂੰ ਇਹ ਨਾ ਸੋਚ ਕਿ ਹਰੀ ਕਿਤੇ ਚਲਾ ਗਿਆ। ਸੰਤਨ ਕਯੋ ਪੁਕਾਰ, ਕਿ ਸੰਤ ਤਾਂ ਪੁਕਾਰ ਹੀ ਕਰਦੇ ਨੇ, ਸੰਤ ਤਾਂ ਉਪਦੇਸ਼ ਕਰਦੇ ਨੇ, ਤਰਲਾ ਮਾਰਦੇ ਨੇ ਤੁਹਾਡਾ।
ਉਹ ਜਿਹਦੇ ਕੋਲ ਖੋਣ ਨੂੰ ਕੁਛ ਨਹੀਂ ਹੁੰਦਾ ਉਹਦੇ ਪਿੱਛੇ ਸੰਤ ਨਹੀਂ ਜਾਂਦਾ। ਜਿਹਦੇ ਕੋਲ ਗਵਾਉਣ ਨੂੰ ਹੀ ਕੁਛ ਨਹੀਂ ਹੈਗਾ ਉਹਦੇ ਕੋਲ ਸੰਤ ਕਿਉਂ ਜਾਏਗਾ। ਜਿਹਦੇ ਕੋਲ ਗਵਾਉਣ ਨੂੰ ਬੜਾ ਕੁਛ ਹੈ ਉਹ ਰਾਹ ਮਾੜੇ ਪੈ ਗਿਆ, ਸੰਤ ਨੂੰ ਉੱਥੇ ਤਰਸ ਆਉਂਦਾ ਇਹਨੇ ਕਿਵੇਂ ਕਮਾਇਆ, ਇਹਨੇ ਕਿਵੇਂ ਕਮਾਇਆ। ਕਿਉਂਕਿ ਉਹ ਸੰਤ ਨੇ ਵੀ ਕਮਾਈ ਕੀਤੀ ਹੈ ਨਾ, ਬ੍ਰਹਮ ਨੇ, ਉਹ ਬ੍ਰਹਮ ਦੀ ਸੰਤ ਨੇ ਵੀ ਕਮਾਈ ਕੀਤੀ। ਉਹਨੂੰ ਪਤਾ ਹੈ ਇਹ ਕਿੰਨੀ ਔਖੀ ਹੈ। ਕਲਯੁਗ ਦੇ ਸਮੇਂ 'ਚ ਮਨ ਨੂੰ ਖਿਲਾਰਨਾ ਕਿੰਨਾ ਔਖਾ ਹੈ। ਜਦੋਂ ਰਾਤ ਹੋਈ ਹੁੰਦੀ ਹੈ, ਦੁਨੀਆ ਘਰਾੜੇ ਮਾਰਦੀ ਹੈ, ਕਾਮ ਵਾਸਨਾ ਵਿੱਚ ਆਪਣੇ ਆਨੰਦ 'ਚ ਪਈ ਹੁੰਦੀ ਹੈ, ਤੇ ਸੰਤਾਂ ਨੇ ਆਪਣੇ ਸਰੀਰ ਨੂੰ ਟੰਗਿਆ ਹੁੰਦਾ। ਸੰਤ ਇੱਕ ਜੰਗ ਲੜ ਰਿਹਾ ਹੁੰਦਾ। ਕਿਹਦੇ ਨਾਲ? ਹਰ ਚਿੱਤ ਮੈਂ ਜੁੱਧ ਵਿਚਾਰਾ, ਉਹ ਆਪਣੇ ਚਿੱਤ ਦੇ ਨਾਲ, ਆਪਣੇ ਮਨ ਦੇ ਨਾਲ ਇੱਕ ਜੰਗ ਕਰ ਰਿਹਾ ਹੁੰਦਾ ਹੈ। ਹਟ ਜਾ ਪਾਸੇ, ਮੈਨੂੰ ਮਿਲਣ ਦੇ ਆਪਣੇ ਮਿੱਤਰ ਨੂੰ, ਨਾ ਰੋਕ ਮੇਰਾ ਰਾਹ। ਜਿਵੇਂ ਇੱਕ ਤੁਸੀਂ ਕਹਾਣੀਆਂ ਸੁਣੀਆਂ, ਸੱਸੀ ਨੇ ਪਾਰ ਕਰਨਾ ਸੀ, ਸੋਹਣੀ ਨੇ ਦਰਿਆ, ਦੂਜੇ ਬੰਨੇ ਪ੍ਰੀਤਮ ਬੈਠਾ ਸੀ। ਉਹਨੇ ਕਿਹਾ ਕੱਚਾ ਕੀ ਹੋਇਆ, ਤੂੰ ਕੱਚਾ, ਮੈਂ ਤਾਂ ਨਹੀਂ ਕੱਚੀ। ਪ੍ਰਮਾਣ ਲੈ ਲਓ, ਕਿਤੋਂ ਲੈ ਲਓ। ਕਈ ਪ੍ਰਮਾਣ ਆਪਾਂ ਹੱਤਿਆ ਦੇ ਕੇਸ ਚੋਂ ਵੀ ਲੈ ਲੈਂਦੇ, ਲੜਾਈ ਚੋਂ ਵੀ ਕਈ ਪ੍ਰਮਾਣ ਲੈ ਲੈਂਦੇ। ਮਹਾਭਾਰਤ 'ਚ ਸਾਰੀ ਹੱਤਿਆ ਹੀ ਹੈ, ਲੜਾਈ ਹੋਈ ਹੈ ਸਾਰੀ, ਉਹਦੇ ਚੋਂ ਪ੍ਰਮਾਣ ਲੈਂਦੇ। ਸੱਚਾ ਇਸ਼ਕ ਕੀਤਾ ਉਹਨੇ, ਭਾਵੇਂ ਬੰਦੇ ਨਾਲ ਹੀ ਕੀਤਾ, ਪਰ ਆਤਮਾ ਨੇ ਆਤਮਾ ਨਾਲ ਕੀਤਾ। ਅੱਗੇ ਲੰਘ ਗਏ ਇਹਦੇ ਤੋਂ, ਸਰੀਰ ਤੋਂ ਅੱਗੇ ਲੰਘ ਗਏ, ਪ੍ਰਵਾਨ ਹੋ ਗਿਆ। ਰੱਬ ਦੇ ਘਰ 'ਚ ਪ੍ਰਵਾਨ ਹੋ ਗਿਆ। ਜਗਤ 'ਚ ਤਾਂ ਹੀ ਚੀਜ਼ ਰਹਿੰਦੀ ਹੈ। ਹੁਣ ਉਹਨਾਂ ਨੂੰ ਚੰਗਾ ਕਰਕੇ ਜਾਣਿਆ ਜਾਂਦਾ। ਉਹ ਕਿਸੇ ਦਾ ਬਲਾਤਕਾਰ ਕਰਦੇ ਨਹੀਂ ਫੜੇ ਗਏ ਸੀ, ਉਹਨਾਂ ਦੇ ਸਰੀਰਾਂ ਦੇ ਨਹੀਂ, ਉਹਨਾਂ ਦੇ ਆਤਮਾ ਦੇ ਪਿਆਰ ਸੀ, ਤਾਂ ਅੱਜ ਉਹਨਾਂ ਦੀ ਕਹਾਣੀਆਂ ਨੇ। ਉਹਨੇ ਕਿਹਾ ਫਿਰ ਕੀ ਹੋਇਆ, ਤੂੰ ਕੱਚਾ ਮੈਂ ਪੱਕੀ ਆ, ਤੂੰ ਕੱਚਾ ਫਿਰ ਕੀ ਹੋਇਆ, ਮੈਂ ਤਾਂ ਪੱਕੀ ਆ ਨਾ, ਚੱਲ ਆਪਾਂ ਲੱਗ ਜਾਗੇ ਸਿਰੇ। ਤੇ ਪੱਕੀ ਨਾਲ ਕੱਚਾ ਵੀ ਸਿਰੇ ਲੱਗ ਗਿਆ। ਅੱਜ ਘੜੇ ਦੀ ਗੱਲ ਵੀ ਆਉਂਦੀ ਹੈ। ਪੱਕੀ ਨਾਲ, ਤੁਸੀਂ ਪੱਕੇ ਨਾਲ ਜੁੜੋ ਤਾਂ ਸਹੀ, ਤੁਸੀਂ ਬ੍ਰਹਮ ਨਾਲ ਜੁੜੋ ਤਾਂ ਸਹੀ, ਤੁਸੀਂ ਪਰਮਾਤਮਾ ਨਾਲ ਜੁੜੋ ਤਾਂ ਸਹੀ, ਕਿਸੇ ਸੰਤ ਦਾ ਪੱਲਾ ਤਾਂ ਫੜੋ, ਕਿਸੇ ਪੱਕੇ ਦੀ ਉਂਗਲ ਤਾਂ ਫੜੋ। ਤੁਸੀਂ ਕੱਚੇ ਹੀ ਸਹੀ, ਫਿਰ ਕੀ ਹੋਇਆ? ਸੰਸਾਰ ਸਾਰਾ ਕੱਚਿਆਂ ਦਾ ਹੀ ਹੈ, ਕੱਚੇ ਤੋਂ ਹੀ ਪੱਕਾ ਬਣਦਾ। ਪਹਿਲਾਂ ਕੱਚਾ ਹੁੰਦਾ ਹੈ, ਫਿਰ ਕੱਚੇ ਨੂੰ ਸੰਤ ਭੱਠੀ 'ਚ ਪਾ ਕੇ ਟਣਕਾ ਕੇ ਜਿਹੜਾ ਮਰਜੀ ਸੰਸਾਰ ਵਿੱਚ ਟਨ ਟਨ ਬੋਲਦਾ। ਸਾਧੂ ਦਾ ਕਮਾਇਆ ਹੋਇਆ ਬਚਨ, ਸਾਧੂ ਦੀ ਭੱਠੀ ਦੇ ਵਿੱਚ ਪੈਰਾ ਘੁੰਮਿਆ ਹੋਇਆ। ਐਰਣ ਮਤ ਵੇਦ ਹਥਿਆਰ ਪੋ ਖਲਾ ਗਨ ਤਪਤਾਉ ਭਾਂਡਾ ਪੋ ਮਰਤ ਢਾਲ, ਘੜੀਆ ਸਭ ਸਤੀ ਟਕਸਾਲ, ਜਿनको नदर करम तिनको कार नानक नदरी नदर न्यारे। जिन्हां ते नदर करदे साधु संत महात्मा बाणी, वो कहंदे फिर की होया, तू कच्चे असी तो पक्के हां। क्या सी एक दिन हंसमणी महाराज ने, फिर की होया, जे तू हजारा गुनाह कीते ने, असी कादे वास्ते? जिथे एक बख्शांगे उथे सारे बख्श देंगे। पर उस दिन उन्होंने ब्रह्म अवस्था सी, आत्मा चो बोले सी, उस सच्ची सुची गद्दी ते बैठ के उस शक्तियां बोलियां सी। वो गद्दी दे वारस एक सी, उदों कोई भेद नहीं सी, एक कहंदे सी फिर की होया, ਅਸੀਂ ਬੈਠੇ ਹੀ ਪੱਕਾ ਬਣਾਉਣ ਨੂੰ,
महात्मा पैदा ही पक्का बनाउण नूं हुंदा। पहला वो आप भट्ठी च पैंदा, फिर जदों भट्ठी च पै जांदा है फिर उन्हें पता लग जाता है घड़ा किदां पकाउणा है। ये पकाउण लग्गियां टुट ना जाए, ज्यादा सेक लग जाए सड़ ना जाए, काला ना हो जाए, वरतों दा ना रह जाए, ये जुगां जुगां तक खड़कदा रहे, ऐसा पकाउंदे संत। संतां दा जिहड़ा भट्ठी दा पकाउण दा जिहड़ा नियम है वो की है? शब्द, आत्म खोज, मन की साधना, अंदर दा सफर, अवस्थादार अवस्था अगे जाना, सफर तुरी जाना, जिवें जिवें श्वास जाते पे ने उहदे नाल काम उन्ना तेज कर देना। संतां नूं पता हुंदा है कि किन्ना समा रह गया, ਇਹਦੇ ਤੋਂ ਕੀ ਕੀ ਕੰਮ ਕਰਾਉਣਾ ਹੈ। ਇਸੇ ਕਰਕੇ ਕਿ ਬ੍ਰਹਮ ਨਾਲ ਜੁੜ ਜਾਓ। ਜਦੋਂ ਬ੍ਰਹਮ ਨਾਲ ਜੁੜ ਜਾਓਗੇ ਨਾ ਤੁਸੀਂ ਸਰੀਰ 'ਚ ਹੀ ਬ੍ਰਹਮ ਬਣ ਜਾਓਗੇ। ਤੁਹਾਡੇ ਤੋਂ ਪਰਮਾਤਮਾ ਸਰੀਰ ਦੇ ਵਿੱਚ ਹੀ ਕਾਰਜ ਕਰਾਈ ਜਾਏਗਾ, ਕੰਮ ਲਈ ਜਾਏਗਾ ਸਰੀਰ 'ਚ। ਜਿਹੜੇ ਕੰਮਾਂ ਵਾਸਤੇ ਤੁਸੀਂ ਇਸ ਸਰੀਰ ਨੂੰ ਗਾਲਦੇ ਪਏ ਹੋ, ਜਿਹੜੇ ਫਿਕਰਾਂ ਨਾਲ ਤੁਸੀਂ ਆਪਣੇ ਆਪ ਨੂੰ ਜਰਜਰਾ ਕਰ ਲਿਆ, ਜਿਹੜੇ ਤੁਸੀਂ ਸੋਚ ਸੋਚ ਕੇ ਹਵਾਲ ਚਿੱਟੇ ਕਰ ਲਏ ਨੇ, ਦਿਮਾਗ ਪਾਗਲ ਕਰ ਲਏ ਨੇ, ਕੋਮਾ ਵਰਗੀ ਹਾਲਤ 'ਚ ਪਹੁੰਚ ਗਏ ਹੋ, ਚਿੰਤਾ ਦੇ ਵਿੱਚ ਰਾਤ ਨੂੰ ਨੀਂਦ ਨਹੀਂ ਆਉਂਦੀ, ਦਵਾਈਆਂ ਦੇ ਮਤਾਜ ਹੋ ਗਏ ਹੋ। ਸੰਤੇ ਤੁਹਾਡਾ ਭਾਰ ਲਾ ਲੈਂਦੇ ਨੇ। ਉਹ ਕਹਿੰਦੇ ਨੇ ਸਾਰਾ ਭਾਰ ਬਾਪੂ ਨੂੰ ਦੇ ਦਿੰਨੇ ਆਪਾਂ, ਪਿਤਾ ਨੂੰ ਦੇ ਦਿੰਨੇ ਆ। ਕਬੀਰ ਬੇੜਾ ਜਰਜਰਾ ਫੂਟੇ 6000। ਕੀ ਕਰਿਆ ਤੁਸੀਂ? ਤੁਸੀਂ ਆਪਣੇ ਜੀਵਨ ਨੂੰ ਸ਼ੇਕ ਕਰ ਲੈਣੇ, ਤੁਸੀਂ ਬੇੜੇ ਨੂੰ ਜਰਜਰਾ ਕਰ ਲਿਆ। ਜਰਜਰਾ ਬੇੜਾ ਕਦੋਂ ਹੁੰਦਾ ਹੈ? ਜਦੋਂ ਉਹਦੀ ਸੰਭਾਲ ਨਹੀਂ ਹੁੰਦੀ, ਉਹਦੇ ਵਿੱਚ ਗਲਤ ਚੀਜ਼ਾਂ ਸਮਾਨ ਢੋਇਆ ਜਾਂਦਾ ਹੈ, ਤੇਜ਼ਾਬ ਢੋਇਆ ਜਾਂਦਾ ਹੈ। ਜਿਹੜੀਆਂ ਚੀਜ਼ਾਂ ਲੋਹੇ ਨੂੰ ਖਾ ਜਾਂਦੀਆਂ ਨੇ, ਲੱਕੜ ਨੂੰ ਖਾ ਜਾਂਦੀਆਂ ਨੇ, ਜਦੋਂ ਉਹਦਾ ਵਪਾਰ ਹੁੰਦਾ ਨਾ, ਤੁਸੀਂ ਕਈ ਗੱਡੀਆਂ ਵੇਖੀਆਂ ਨੇ ਜਿਹੜੀਆਂ ਤੇਜ਼ਾਬ ਢੋਂਦੀਆਂ ਨੇ ਜਾਂ ਹੋਰ ਜ਼ਹਿਰੀਲੀਆਂ ਚੀਜ਼ਾਂ ਢੋਂਦੀਆਂ ਨੇ, ਉਹ ਲੋਹਾ ਵੀ ਗਲ ਜਾਂਦਾ, ਉੱਥੇ ਲੱਕੜ ਵੀ ਗਲ ਜਾਂਦੀ। ਉਹ ਕਈ ਵਾਰੀ ਉਹਨਾਂ ਪਲਾਸਟਿਕ ਦੇ ਮੈਟ ਵਿਛਾਏ ਹੁੰਦੇ ਨੇ, ਉਹ ਪਤਾ ਲੱਗ ਜਾਂਦਾ ਹੈ ਬਿਲਕੁਲ ਇਹ ਕੋਈ ਇਹੋ ਜਿਹੀ ਚੀਜ਼ ਢੋਂਦੀ ਹੈ, ਚੀਜ਼ ਜਿਹੜੀ ਖਾ ਗਿਆ ਲੋਹਾ ਹੈ। ਤੇ ਸਤਿਗੁਰ ਕਹਿੰਦੇ ਨੇ ਕਬੀਰ ਬੇੜਾ ਜਰਜਰਾ ਫੂਟੇ 6000। ਇੱਕ ਸ਼ੇਕ ਨਹੀਂ ਕੀਤਾ, ਜ਼ਿੰਦਗੀ ਨੂੰ ਤੂੰ ਬੜੇ ਸ਼ੇਕ ਕਰ ਲੈਣੇ। ਕਾਮ ਦਾ ਸ਼ੇਕ, ਕ੍ਰੋਧ ਦਾ ਸ਼ੇਕ, ਲੋਭ ਦਾ ਸ਼ੇਕ, ਮੋਹ ਦਾ ਸ਼ੇਕ, ਆਪਣੇ ਦਾ ਸ਼ੇਕ, ਬਗਾਨੇ ਦਾ, ਨਿੰਦਿਆ ਦਾ ਸ਼ੇਕ, ਚੁਗਲੀ ਦਾ, ਕੀ ਕਨਾਵਾ ਸਾਰਾ ਦਿਨ ਗਿਣੀ ਜਾਓ, 1000 ਤੋਂ ਵੀ ਉੱਤੇ ਲੰਘਾ ਦਿਆਂਗਾ। ਸਤਿਗੁਰ ਕਹਿੰਦੇ ਇੱਕ ਸ਼ੇਕ ਦੱਸਦੇ ਪਏ ਨੇ, ਕਹਿੰਦੇ ਹਰੂਏ ਹਰੂਏ ਤਿਰ ਗਏ। ਹੁਣ ਜਿਨ੍ਹਾਂ ਨੇ ਸੱਚ ਨਾਲ ਲਾਈਆਂ, ਜਿਹੜੇ ਪੱਕੇ ਘੜੇ ਸੀ, ਉਹਨਾਂ ਨੂੰ ਕਿਆ ਲੋੜ ਪੈ ਗਈ ਕਿਸੇ ਦੇ ਬੇੜੇ ਤੇ ਚੜਨ ਦੀ? ਅਗਲੇ ਤਾਂ ਕੱਲੇ ਕੱਲੇ ਤਰ ਗਏ। ਜਿਨ੍ਹਾਂ ਦੇ ਸਿਰ ਤੇ ਭਾਰ ਲੱਦਿਆ ਸੀ, ਜਿਹੜੇ ਕਹਿੰਦੇ ਸੀ ਹਾਏ ਮੁੰਡਾ, ਹਾਏ ਪੋਤਰਾ, ਹਾਏ ਨੂੰਹ, ਹਾਏ ਇਹ, ਹਾਏ ਘਰ, ਹਾਏ ਬਾਹਰ, ਹਾਏ ਪੈਸਾ, ਪੰਡਾ ਬੰਨੀਆਂ ਹੋਈਆਂ ਸੀ। ਕਈ ਲੋਕ ਅੱਗੇ ਕੁੜੀਆਂ ਵਿਆਹਤੀਆਂ ਨੇ, ਉਹਨਾਂ ਦੀ ਅੱਗੇ ਘਰਾਂ ਦੀ ਟੈਨਸ਼ਨ, ਮੇਰੇ ਦੋਤਰੇ ਨੂੰ ਨੌਕਰੀ ਨਹੀਂ ਮਿਲਦੀ ਪਈ, ਮੇਰੇ ਦੋਤਰੇ ਦਾ ਵਿਆਹ ਨਹੀਂ ਹੁੰਦਾ ਪਿਆ, ਤੀਜੇ ਘਰ ਦੀ ਟੈਨਸ਼ਨ। ਪੰਡਾ ਬੰਨੀਆਂ ਸਿਰ ਤੇ, ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ। ਜਿਹੜਾ ਮਾਇਆ ਦਾ, ਹੰਕਾਰ ਦਾ,
ਹਉਮੈ ਦਾ ਮੈਂ ਦਾ ਭਾਰ ਜਿਨ੍ਹਾਂ ਪੰਡਾ ਬੰਨ ਲਈ, ਉਹ ਜੋ ਤੇਰੇ ਨਾਲ ਨਹੀਂ ਜਾਣਾ, ਤੂੰ ਉਹਦੀਆਂ ਪੰਡਾ ਬੰਨ ਬੈਠਾ, ਉਹ ਜੇ ਤੇਰੇ ਨਾਲ ਨਹੀਂ ਜਾਣਾ। ਕਿੰਨੀ ਵੱਡੀ ਘਟਨਾ ਹੋਈ ਤੁਹਾਡੇ ਸਾਹਮਣੇ। ਜੋ ਨਾਲ ਨਹੀਂ ਜਾਣਾ, ਤੂੰ ਉਹਦੀਆਂ ਪੰਡਾ ਬੰਨ ਬੈਠਾ, ਜੋ ਤੇਰੇ ਨਾਲ ਨਹੀਂ ਜਾਣਾ। ਜਿਹੜੀ ਚੀਜ਼ ਨਾਲ ਜਾਣੀ ਸੀ, ਉਹ ਆਖਰ ਵੇਲੇ ਭੁੱਲ ਗਈ, ਵਿਸਰ ਗਈ। ਜਿਹੜੀਆਂ ਨਹੀਂ ਜਾਣੀਆਂ ਸੀ, ਗਿਆਨ ਵੀ ਸੀ ਵੀ ਇਹਨੇ ਨਹੀਂ ਜਾਣਾ, ਪਰ ਉਹਨੂੰ ਕੀ ਪਤਾ ਜਦੋਂ ਜ਼ਹਿਰ ਰੱਖੀ ਹੋਵੇ ਘਰ ਦੇ ਵਿੱਚ, ਜਦੋਂ ਬੁਰੀ ਚੀਜ਼ ਰੱਖੀ ਹੋਵੇ ਘਰ ਦੇ ਵਿੱਚ, ਤੇ ਕਿਤੇ ਨਾ ਕਿਤੇ ਗਲਤੀ ਨਾਲ ਉਹਨੂੰ ਹੱਥ ਲੱਗ ਹੀ ਜਾਂਦਾ। ਸੰਤ ਆਪਦੇ ਨੇੜੇ ਤੇੜੇ ਐਸੀ ਜ਼ਹਿਰ ਨੂੰ ਫਟਕਣ ਵੀ ਨਹੀਂ ਦਿੰਦਾ, ਫਟਕਣ ਵੀ ਨਹੀਂ ਦਿੰਦਾ, ਫਟਕਣ ਨਹੀਂ ਦਿੰਦਾ। ਇਸ ਕਰਕੇ ਬਚੋ। ਜਦੋਂ ਪੱਕੇ ਇਰਾਦੇ ਨਾਲ ਸੋਹਣੀ ਠਿਲ ਗਈ, ਤੇ ਮਰਦੀ ਮਰਦੀ ਵੀ ਦਰਿਆ ਨਾਲ ਗੱਲਾਂ ਕਰਦੀ ਕਰਦੀ ਹੱਸਦੀ ਆਪਣੇ ਪ੍ਰੀਤਮ ਤੱਕ ਪਹੁੰਚ। ਤੁਹਾਡੇ ਕੋਲ ਪੱਕੇ ਸੰਤ, ਪੱਕੇ ਬਚਨ, ਪੱਕਾ ਗੁਰੂ, ਪੱਕੀ ਬਾਣੀ, ਪੱਕੇ ਗੁਰੂ ਗ੍ਰੰਥ ਸਾਹਿਬ, ਸਭ ਕੁਝ ਕੋਲ ਪੱਕਾ ਹੈ। ਠਿਲ ਜੋ ਇਹਨਾਂ ਤੇ, ਜੀਵਨ ਸਪੁਰਦ ਕਰ ਦਿਓ, ਤਰ ਜਾਓਗੇ, ਤਰ ਜਾਓ। ਬਾਣੀ ਕਹਿੰਦੀ ਹੈ, ਬਚਨ ਕਮਾਵੇ ਸੰਤਨ ਕਾ, ਗੁਰ ਪ੍ਰਸਾਦੀ ਤਰਿਆ। ਗੁਰੂ ਦੀ ਕਿਰਪਾ ਹੋ ਜਾਂਦੀ ਉਹਦੇ ਤੇ, ਜਿਹੜਾ ਸੰਤ ਦਾ ਬਚਨ ਕਮਾਵੇ। ਪਰ ਖਿਆਲ ਰੱਖਣਾ, ਧੋਖਾ ਨਾ ਖਾ ਜਾਣਾ। ਬਚਨ ਸੰਤ ਦਾ ਕਮਾਉਣਾ। ਸੰਤ ਤੇ ਅਸੰਤ ਵਿੱਚ ਫਰਕ ਪਛਾਣਨਾ। ਆਤਮਾ ਤੁਹਾਡੀ ਅੰਦਰੋਂ ਦੱਸ ਦਿੰਦੀ ਹੈ ਤੁਹਾਨੂੰ, ਪਰ ਕਈ ਵਾਰੀ ਅਸੀਂ ਲੋਭ ਲਾਲਚ ਪਿੱਛੇ ਲੱਗ ਕੇ, ਕੰਮਾਂ ਕਾਜਾਂ ਪਿੱਛੇ ਲੱਗ ਕੇ ਅਸੀਂ ਜੂਆ ਖੇਡ ਜਾਂਦੇ ਹਾਂ। ਮਰਦਾ ਬੰਦਾ ਕਦੋਂ ਹੈ? ਜਦੋਂ ਸੰਸਾਰਕ ਕਾਰਨਾਂ ਕਰਕੇ ਆਪਣੇ ਜੀਵਨ ਨੂੰ ਜੂਏ ਤੇ ਲਾ ਦਿੰਦਾ। ਅੰਦਰੋਂ ਪਤਾ ਲੱਗ ਜਾਂਦਾ ਇਹ ਹੁਣ ਰਸਤਾ ਖਰਾਬ ਹੋ ਚੁੱਕਾ ਹੈ, ਇਹਦੇ ਤੇ ਖੱਡੇ ਪੈ ਗਏ ਨੇ, ਇਹਦੀ ਰਿਪੇਅਰ ਹੁਣ ਨਹੀਂ ਹੋ ਰਹੀ, ਇਹ ਹੁਣ ਕੇਵਲ ਕਾਗਜ਼ਾਂ ਦੇ ਵਿੱਚ ਹੀ ਪੱਕਾ ਰਹਿ ਗਿਆ ਹੈ। ਉਵੇਂ ਇਹਦੇ ਵਿੱਚ ਟੋਏ ਟੋਏ ਖੱਡੇ ਨੇ, ਪਾਣੀ ਵੀ ਪੈ ਗਿਆ, ਚਿੱਕੜ ਵੀ ਹੋ ਗਿਆ। ਪਰ ਅਗਲਾ ਕਹਿੰਦਾ ਕਿਸੇ ਦਿਨ ਇੱਥੋਂ ਆਪਾਂ ਲੰਘੇ ਸੀ, ਇਸ ਰਸਤੇ ਤੋਂ ਆਪਾਂ ਨੂੰ ਸਫ਼ਰ ਕੀਤਾ, ਇੱਥੋਂ ਬੜਾ ਕੁਝ ਮਿਲਿਆ। ਲਾਲਚ ਵਸ ਉਹਨਾਂ ਖੱਡਿਆਂ ਦੇ ਵਿੱਚ ਬੰਦਾ ਵੜ ਗਿਆ। ਹੁਣ ਵੜ ਤੋਂ ਗਏ, ਪਰ ਹੁਣ ਜਿਹੜੀਆਂ ਚਾਦਰਾਂ, ਤੰਬੀਆਂ, ਪਜਾਮੇ ਲਿਬੜ ਗਏ, ਇਹ ਕਿਵੇਂ ਤੋਂ ਬਣ ਗਏ? ਇਹ ਤਾਂ ਪਰਮਾਤਮਾ ਹੀ ਮਿਹਰ ਕਰੇਗਾ। ਤੁਹਾਡੀ ਆਪਦੀ ਅਕਲ ਕੁਝ ਨਹੀਂ ਕਰ ਸਕਦੀ। ਮੈਂ ਤਾਂ ਉਸ ਪਰਮਾਤਮਾ ਦੇ ਵਾਰੇ ਵਾਰੇ ਜਾਓ, ਵਾਰੇ ਵਾਰੇ ਜਾਓ। ਉਨਕੋ ਰੱਬ ਜੀ ਤੂੰ ਵਰਤਦਾ ਪਿਆ, ਡਾਢਾ ਹੈ ਤੂੰ, ਡਾਢਾ। ਤੂੰ ਕੁਦਰਤ ਕਣ ਕਣ ਚ ਵਰਤਦਾ ਪਿਆ, ਤੂੰ ਤਾਂ ਕਣ ਕਣ ਚ ਵਰਤਦਾ ਪਿਆ। ਸਾਨੂੰ ਹੀ ਤਾਰੇ ਨਹੀਂ ਵਿਖਦੇ ਪਏ, ਤਾਰੇ ਦਿਨੇ ਵੀ ਹੈਗੇ। ਸਾਨੂੰ ਸੂਰਜ ਨਹੀਂ ਵਿਖਦਾ ਰਾਤ ਨੂੰ, ਸੂਰਜ ਰਾਤ ਨੂੰ ਵੀ ਹੈਗਾ। ਇਹ ਤਾਂ ਇੱਕ ਮਾਇਆ ਦਾ ਛਲ ਹੈ। ਕਦੇ ਧਰਤੀ ਇੱਧਰ ਪਾਸਾ ਬਦਲ ਜਾਂਦੀ ਹੈ, ਕਦੇ ਇੱਧਰ ਬਦਲ ਜਾਂਦੀ ਹੈ। ਨਾ ਸੂਰਜ ਕਿਤੇ ਜਾਂਦਾ ਹੈ, ਨਾ ਤਾਰੇ ਕਿਤੇ ਜਾਂਦੇ ਨੇ। ਸਿਰਫ ਧਰਤੀ ਤੇ ਤੁਸੀਂ ਸਵਾਰ ਹੋ। ਤੁਹਾਡੀਆਂ ਹੀ ਕੰਡਾਂ ਪਿੱਛਾ ਬਦਲਦੀਆਂ ਪਈਆਂ ਨੇ। ਕਦੇ ਉਧਰ ਨੂੰ ਪਿੱਠ ਹੋ ਜਾਂਦੀ ਸੂਰਜ ਨੂੰ, ਤੇ ਕਦੇ ਮੁੱਖ ਹੋ ਜਾਂਦਾ ਹੈ। ਇਹ ਛਲਾਵਾ ਹੈ, ਧਰਤੀ ਹੈ ਹੀ ਛਲਾਵਾ। ਇਸ ਛਲਾਵੇ ਤੋਂ ਕੇਵਲ ਸੰਤ ਬਚਾਉਂਦਾ ਹੈ। ਤੇ ਸਾਰੀ ਬਾਣੀ, ਸੰਤਾਂ ਮਹਾਂਪੁਰਸ਼ਾਂ ਦੀ, ਵੇਦ ਸ਼ਾਸਤਰ, ਇਹ ਸਾਰੇ ਦਾ ਸਾਰੀ ਬਖਸ਼ਿਸ਼, ਇਹ ਸਾਰਾ ਖਜ਼ਾਨਾ ਕਿਹਨਾਂ ਦਾ ਹੈ? ਸੰਤਾਂ ਦਾ। ਜਦੋਂ ਜੁੜੇ ਤੇ ਵੇਦ ਲਿਖਿਆ ਨਾ,
ਜਦੋਂ ਬ੍ਰਹਮ ਦੇ ਵਿੱਚ ਇੱਕ ਹੋਏ ਤੇ ਕੁਰਾਨ ਲਿਖੀ ਗਈ। ਕਿਹਾ ਸੀ ਮੁਹੰਮਦ ਸਾਹਿਬ ਦੀ ਘਰ ਦੀ ਨੇ, ਮੁਹੰਮਦ ਹੁਣ ਤੂੰ ਉਹ ਨਹੀਂ ਰਿਹਾ ਜਿਹਦੇ ਨਾਲ ਮੈਂ ਵਿਆਹ ਕਰਾਇਆ ਸੀ। ਪਤਾ ਲੱਗ ਗਿਆ ਨਾ, ਸ਼ਾਂਤ ਹੋ ਗਿਆ, ਇਹਦੇ ਚ ਕਾਮ ਨਹੀਂ ਰਿਹਾ, ਹੁਣ ਕ੍ਰੋਧ ਨਹੀਂ ਰਿਹਾ, ਇਹਦੇ ਬਚਨ ਬਦਲ ਗਏ ਨੇ, ਖਾਣਾ ਬਦਲ ਗਿਆ, ਪੀਣਾ ਬਦਲ ਗਿਆ। ਕਹਿੰਦੀ ਮੁਹੰਮਦ ਹੁਣ ਤੂੰ ਉਹ ਨਹੀਂ ਰਿਹਾ, ਬਦਲ ਗਿਆ। ਜਦੋਂ ਕੋਈ ਬ੍ਰਹਮ ਚ ਲੀਨ ਹੁੰਦਾ ਹੈ, ਪਰਮਾਤਮਾ ਚ ਭੇਦ ਹੁੰਦਾ ਹੈ, ਆਤਮ ਖੋਜਦਾ ਹੈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਫਿਰ ਮਹਾਰਾਜ ਜਦੋਂ ਰਾਹ ਤੇ ਤੁਸੀਂ ਚੱਲ ਪਏ ਤੇ ਫਿਰ ਪ੍ਰਾਪਤੀ ਤਾਂ ਹੋ ਹੀ ਜਾਣੀ ਹੈ ਨਾ। ਮੰਨ ਲਓ ਦਿੱਲੀ ਇੱਥੋਂ ਤੁਹਾਡੇ ਤੋਂ 400 ਕਿਲੋਮੀਟਰ ਹੈ, ਤੁਸੀਂ ਪੈਦਲ ਤੁਰ ਪਏ, ਸਵੇਰ ਚੜ੍ਹਦਿਆਂ ਤੱਕ ਤੁਸੀਂ 10 ਕਿਲੋਮੀਟਰ ਹੀ ਕੱਢਿਆ ਤੇ 390 ਰਹਿ ਗਈ ਨਾ। ਕਿੱਧਰ ਵੱਧ ਰਹੇ ਹੋ? ਗੁਰਮੁਖ ਜਿਹੜਾ ਗੁਰੂ ਦੇ ਹੁਕਮ ਵੱਲ ਚੱਲ ਰਿਹਾ, ਮਨਮੁਖ ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕੇ, ਮਨਮੁਖ ਦਾ ਮੂੰਹ ਗੁਰਮੁਖ ਦੇ ਉਲਟ ਹੈ। ਗੁਰਮੁਖ ਚੜ੍ਹਦੇ ਨੂੰ ਜਾ ਰਿਹਾ ਤੇ ਮਨਮੁਖ ਲਹਿੰਦੇ ਨੂੰ ਜਾ ਰਿਹਾ, ਦੋਨਾਂ ਦੀਆਂ ਕੰਡਾਂ ਜੁੜਦੀਆਂ ਨੇ ਆਪਸ ਵਿੱਚ, ਬੈਕ ਜੁੜਦੀ ਹੈ, ਪਿੱਠ ਜੁੜਦੀ ਹੈ। ਇਸ ਸੰਸਾਰ ਦੇ ਉੱਤੇ ਪਰਮਾਤਮਾ ਦੇ ਰਤਨ, ਪਰਮਾਤਮਾ ਦੀਆਂ ਬਖਸ਼ਿਸ਼ਾਂ, ਪਰਮਾਤਮਾ ਦਾ ਸੁੱਖ ਮੌਜੂਦ ਹੈ। ਜੇ ਤੁਹਾਡੇ ਹਿੱਸੇ ਨਹੀਂ ਆਇਆ ਤੇ ਤੁਹਾਨੂੰ ਵਾਲੇ ਡੁਬਕੀ ਲਾਉਣੀ ਨਹੀਂ ਆਈ। ਸਮੁੰਦਰ ਦੇ ਵਿੱਚ ਅਨੇਕਾਂ ਰਤਨ ਨੇ, ਉੱਥੇ ਕੋਸ਼ਿਸ਼ ਹੁੰਦੀ ਹੈ ਥੱਲੇ ਡੁੰਗਿਆਈ 'ਚ ਜਾ ਕੇ ਰਤਨ ਨੂੰ ਬਾਹਰ ਕੱਢਣ ਦੀ, ਤੇ ਜੇ ਕੋਈ ਥੱਲੇ ਮਸ਼ੇਰਾ ਜਾਵੇ, ਕੋਈ ਥੱਲੇ ਕੱਢਣ ਜਾਵੇ ਰਤਨ, ਮੰਨ ਲਓ ਉਹਦੇ ਹੱਥ ਕੋਈ ਰਤਨ ਨਹੀਂ ਆਇਆ ਤੇ ਉਹ ਬਾਹਰ ਆ ਕੇ ਕਵੇ ਸਮੁੰਦਰ 'ਚ ਕੋਈ ਰਤਨ ਨਹੀਂ ਹੈਗਾ, ਦੱਸੋ ਦੋਵਾਂ 'ਚੋਂ ਮੂਰਖ ਕੌਣ? ਸਮੁੰਦਰ 'ਚ ਰਤਨ ਨਹੀਂ ਹੈਗਾ ਕਿ ਉਹਦੇ ਹੱਥ ਕੁਝ ਨਹੀਂ ਆਇਆ? ਜੇ ਇੱਕ ਡੁਬਕੀ ਨਾਲ ਉਹਦੇ ਹੱਥ ਕੁਝ ਨਹੀਂ ਆਇਆ, ਇਹਦਾ ਮਤਲਬ ਇਹ ਨਹੀਂ ਕਿ ਸਮੁੰਦਰ ਖਾਲੀ ਹੈ। ਦੂਜੀ ਮਾਰ, ਤੀਜੀ ਮਾਰ, ਚੌਥੀ ਮਾਰ, ਦ੍ਰਿੜ ਇਰਾਦੇ ਨਾਲ ਜਾ, ਵਿਧੀ ਨਾਲ ਜਾ, ਤਰੀਕੇ ਨਾਲ ਜਾ, ਵਿਚਾਰ ਕਰ ਕਿ ਪਿਛਲੀ ਵਾਰੀ ਜਦੋਂ ਗਿਆ ਸੀ ਕੀ ਕਮੀਆਂ ਰਹਿ ਗਈਆਂ, ਕਿੰਨਾ ਸਮਾਂ ਲਾਇਆ ਸੀ ਉੱਥੇ ਮੈਂ, ਕਿੰਨੀ ਕੁ ਗਹਿਰਾਈ ਤੱਕ ਜਾ ਸਕਿਆ ਸੀ, ਉਹਦੇ ਤੋਂ ਹੋਰ ਗਹਿਰਾਈ 'ਚ ਜਾ। ਵਿਚਾਰ, ਬੋਧ, ਵਿਵੇਕ, ਬ੍ਰਹਮ ਗਿਆਨ ਵਿਵੇਕ ਨਾਲ ਆਉਂਦਾ ਹੈ। ਜਿਹੜੀ ਆਤਮ ਚਿੰਤਨ ਹੈ ਨਾ, ਆਤਮ ਖੋਜ ਹੈ, ਇਹ ਜਿੰਨੀ ਤੁਹਾਡੀ ਗਹਿਰਾਈ ਹੁੰਦੀ ਜਾਏਗੀ ਓਨਾ ਵਿਵੇਕ ਵੱਧਦਾ ਜਾਏਗਾ। ਜਿਹਨੂੰ ਆਪਣੇ ਅੰਦਰ ਪਰਮਾਤਮਾ ਨਜ਼ਰ ਆਉਂਦਾ ਜਾਏਗਾ ਉਹਨੂੰ ਦੁਨੀਆ 'ਚ ਵੀ ਆਉਂਦਾ ਜਾਏਗਾ, ਜਿਹਨੂੰ ਦੁਨੀਆ 'ਚ ਨਹੀਂ ਆਇਆ ਉਹਨੂੰ ਸਮਝੋ ਅੰਦਰ ਵੀ ਨਹੀਂ ਆਇਆ। ਜਿਹਨੂੰ ਤੁਹਾਡੇ 'ਚ ਬ੍ਰਹਮ ਨਜ਼ਰ ਨਹੀਂ ਨਾ ਆਇਆ ਉਹਨੂੰ ਜਾਣਨਾ ਇਹਨੂੰ ਆਪਦੇ ਅੰਦਰ ਵੀ ਨਹੀਂ ਆਇਆ। ਜਿਹੜਾ ਤੁਹਾਨੂੰ ਰੱਬ ਨਹੀਂ ਸਮਝਦਾ, ਸਮਝਣਾ ਇਹਨੂੰ ਵਾਲੇ ਆਪਣੇ ਅੰਦਰ ਵੀ ਕੁਝ ਨਹੀਂ ਲੱਭਾ, ਇਹਨੂੰ ਆਪਣੇ ਅੰਦਰ ਵੀ ਕੁਝ ਨਹੀਂ ਲੱਭਾ। ਇਹਨੇ ਟੁਬਕੀ ਮਾਰੀ, ਇਹ ਖਾਲੀ ਆ ਗਿਆ। ਇਸ ਕਰਕੇ ਸਮਝੋ ਕਹਾਣੀ, ਜੋ ਬੋਧ ਹੈ, ਜੋ ਗਿਆਨ ਹੈ, ਜੋ ਸੋਝੀ ਹੈ, ਇਹ ਵੇਦ ਸ਼ਾਸਤਰ ਦਿੰਦੇ ਨੇ। ਜਦੋਂ ਤੁਸੀਂ ਵੇਦਾਂ ਸ਼ਾਸਤਰਾਂ ਦਾ ਸਹੀ ਮਾਇਨਿਆਂ ਦੇ ਵਿੱਚ ਅਧਿਐਨ ਕਰਨਾ ਸ਼ੁਰੂ ਕਰਦੇ ਹੋ ਨਾ, ਉਦੋਂ ਬ੍ਰਹਿਮੰਡ ਦੀਆਂ ਜਿਹੜੀਆਂ ਚੰਗੀਆਂ ਸ਼ਕਤੀਆਂ ਨੇ ਉਹ ਤੁਹਾਡਾ ਘੇਰਾ ਬਣਾ ਲੈਂਦੀਆਂ। ਜਦੋਂ ਤੁਸੀਂ ਨਿਸਵਾਰਥ ਹੋ ਕੇ ਸੱਚਾ ਪ੍ਰੇਮ ਕਰਦੇ ਹੋ ਨਾ ਪਰਮਾਤਮਾ ਨਾਲ, ਤੁਸੀਂ ਇਹ ਨਾ ਸੋਚੋ ਫਿਰ ਕਿ ਤੁਹਾਨੂੰ ਕਿਸੇ ਸ਼ਕਤੀ ਕੋਲ ਜਾਣਾ ਪਏਗਾ, ਕਿਸੇ ਇੱਕ ਸ਼ਕਤੀ ਦੀ ਤਪੱਸਿਆ ਕਰਨੀ ਪਏਗੀ, ਧੂਣੀਆਂ ਤਾਣਾ ਪਏਗਾ ਨਾ। ਤੁਸੀਂ ਆਪਣੇ ਪ੍ਰੇਮ ਨੂੰ ਸੱਚਾ ਕਰੋ, ਆਪਣੀ ਗਹਿਰਾਈ ਨੂੰ ਸਹੀ ਕਰੋ, ਆਪਣੇ ਮਨ ਨਾਲ ਜੰਗ ਸਹੀ ਤਰੀਕੇ ਨਾਲ ਲੜੋ।
ਆਪਣੇ ਆਤਮ ਦੀ ਖੋਜ ਸਹੀ ਤਰੀਕੇ ਨਾਲ ਕਰੋ। ਇਸ ਬ੍ਰਹਿਮੰਡ ਕਣ ਕਣ ਦੇ ਵਿੱਚ ਖੁਦਾ ਬੈਠਾ ਹੈ। ਬਸ ਤੁਸੀਂ ਆਪਣਾ ਕੰਮ ਕਰੋ। ਦਿਨ ਤੁਸੀਂ ਚੜਾਉਂਦੇ ਹੋ, ਰਾਤ ਤੁਸੀਂ ਪਾਉਂਦੇ ਹੋ, ਮੀਂਹ ਤੁਸੀਂ ਪਾਉਂਦੇ ਹੋ, ਰੱਬ ਪਾਉਂਦਾ ਨਾ। ਸਾਨੂੰ ਪੈਦਾ ਕਿਹਨੇ ਕੀਤਾ? ਆਹਾਰ ਕੌਣ ਦੇ ਰਿਹਾ? ਸਵਾਸ ਕੌਣ ਦੇ ਰਿਹਾ? ਜਦੋਂ ਇੰਨਾ ਕੁਛ ਉਹ ਕਰ ਰਿਹਾ ਫਿਰ ਭਰੋਸਾ ਰੱਖੋ ਨਾ, ਉਹ ਸਾਰਾ ਕੁਛ ਕਰੇਗਾ, ਸਭ ਕੁਛ ਕਰੇਗਾ। ਬਸ ਜਿੱਥੇ परमात्मा ਨੂੰ ਲੱਭਣ ਵਾਸਤੇ ਗਹਿਰਾਈ ਜ਼ਿਆਦਾ ਹੈ ਨਾ, ਉੱਥੇ ਵਿਸ਼ਵਾਸ ਦੀ ਗਹਿਰਾਈ ਵੀ ਥੋੜੀ ਜਿਹੀ ਚਾਹੀਦੀ। ਭਰੋਸੇ ਦੀ ਗਹਿਰਾਈ परमात्मा ਦੀ ਕਿਰਪਾ ਨੂੰ ਪ੍ਰਤੱਖ ਕਰਦੀ ਹੈ, ਸਮਝ ਲੈਣਾ ਹੈ। ਜਿਵੇਂ ਆਤਮਕ ਗਹਿਰਾਈ परमात्मा ਨੂੰ ਪ੍ਰਤੱਖ ਕਰਦੀ ਹੈ ਨਾ, ਜਦੋਂ ਆਤਮਕ ਗਹਿਰਾਈ ਚ ਉਤਰਦੇ ਹੋ ਤੇ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਮੈਂ परमात्मा ਕੋਲ ਪਹੁੰਚ ਰਿਹਾ, ਮੈਂ ਉਸ ਰਸਤੇ ਤੇ ਹਾਂ। ਭਰੋਸੇ ਦੀ ਗਹਿਰਾਈ ਤੁਹਾਡੀ ਕਾਮਯਾਬੀ ਨੂੰ ਪ੍ਰਤੱਖ ਕਰੇਗੀ। परमात्मा ਦੀ ਦਿੱਤੀਆਂ ਹੋਈਆਂ ਦਾਤਾਂ ਪ੍ਰਤੱਖ ਹੋਣ, ਕਹਿਣ ਦਾ ਮਤਲਬ ਉਹ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਪ੍ਰਤੱਖ ਦਾ ਮਤਲਬ ਜੋ ਹਲੇ ਕੁਝ ਹਨੇਰੇ ਦੇ ਵਿੱਚ ਹੈ ਉਹ ਪ੍ਰਕਾਸ਼ ਚ ਆ ਜਾਏਗਾ, ਉਹ ਮਿਲਣਾ ਸ਼ੁਰੂ ਹੋ ਜਾਏਗਾ, ਉਹਦੀ ਵਰਤੋਂ ਹੋ ਜਾਏਗੀ ਸ਼ੁਰੂ, ਉਹਦੀ ਕਿਰਪਾ ਸ਼ੁਰੂ ਹੋ ਜਾਏਗੀ। ਵਿਸ਼ਵਾਸ ਦਾ ਜਿਹੜਾ ਗਹਿਰਾਈ ਹੈ, ਵਿਸ਼ਵਾਸ ਦੀ ਗਹਿਰਾਈ ਇੰਨੀ ਕਰ ਲਓ ਕਿ ਉਹਦੇ ਬਾਰੇ ਕੋਈ ਸਵਾਲ ਹੀ ਨਾ ਰਹਿ ਜਾਏ, ਬਸ ਕੋਈ ਕੁਐਸਚਨ ਹੀ ਨਾ ਰਹਿ ਜਾਏ। ਕੋਈ ਤੁਹਾਨੂੰ ਕਹੇ ਕਿ ਛੱਡ ਪਰ ਸਾਨੂੰ ਪਤਾ ਸਾਨੂੰ ਕੀ ਮਿਲਣਾ, ਕੋਈ ਗੱਲ ਕਰੇ ਉਹਨੇ ਕਹੇ ਤੂੰ ਛੱਡ ਕਹਾਣੀ, ਹੋਰ ਗੱਲ ਕਰ, ਗੱਲ ਹੀ ਨਾ ਕਰ ਤੂੰ ਇਹਦੇ ਤੇ, ਤੈਨੂੰ ਕੀ ਪਤਾ ਸਾਨੂੰ ਕਿਹੜਾ ਰਸਤਾ ਮਿਲਿਆ, ਤੂੰ ਛੱਡ ਕਹਾਣੀ, ਹੋਰ ਗੱਲ ਕਰ। ਕਿਸੇ ਨੇ ਤਾਂ ਕੀ ਕਹਿਣਾ, ਤੁਹਾਡੇ ਮਨ ਚ ਹੀ ਜਦੋਂ ਸਵਾਲ ਉੱਠੇ ਨਾ, ਉਹਨੂੰ ਕਹੇ ਛੱਡ ਮਣਾ, ਤੈਨੂੰ ਪਤਾ ਤੂੰ ਯਾਰੀ ਕਿਹਦੇ ਨਾਲ ਲਾਈ ਹੈ, ਤੇਰੀ ਮਿੱਤਰਤਾ ਕਿਹਦੇ ਨਾਲ ਹੈ, ਤੇਰੀ ਮਿੱਤਰਤਾ ਪੱਕੇ ਨਾਲ ਲਾ ਕੇ ਤੇ ਡੁੱਬਣ ਦੀ ਸੋਚਦਾ ਪਿਆ, ਪਾਰ ਨਾ ਲੱਗਣ ਦੀ ਸੋਚਦਾ ਪਿਆ, ਦਾਤਾਂ ਦੀ ਗੱਲ ਕਰਦਾ ਪਿਆ, ਸਮੁੰਦਰ ਨਾਲ ਯਾਰੀ ਲਾ ਕੇ ਦਾਤਾਂ ਦੀ ਗੱਲ। ਸਾਰੇ ਖਜ਼ਾਨੇ ਹੀ ਤੇਰੇ ਨੇ, ਤੂੰ ਤਾਂ ਲੋਕਾਂ ਨੂੰ ਦੇਣੇ ਨੇ, ਇੱਥੇ ਆਓ, ਤੂੰ ਤਾਂ ਵੰਡਣੇ ਨੇ। ਤੁਸੀਂ ਦੱਸੋ ਤੁਹਾਡੇ ਆਪਦੇ ਘਰ ਨਾ ਹੋਣ ਤੇ ਤੁਸੀਂ ਵੰਡੋਗੇ ਕਿਸੇ ਨੂੰ? ਜੇ ਤੁਹਾਡਾ ਖਜ਼ਾਨੇ ਭਰਨਗੇ ਤੇ ਕਿਸੇ ਨੂੰ ਵੰਡੋਗੇ ਨਾ। ਕਿਸੇ ਬੰਦੇ ਨੂੰ ਆਪਾਂ ਰਾਜਾ ਲਾ ਦਈਏ ਤੇ ਜੇ ਉਹਦੇ ਰਾਜ ਦੇ ਵਿੱਚ ਕੋਈ ਧਨ ਹੀ ਨਹੀਂ ਹੈਗਾ ਤੇ ਉਹ ਰਾਜਾ ਕਾਹਦਾ? ਕੰਗਾਲੀ ਦਾ ਨਾ। ਰਾਜਾ ਜਦੋਂ ਨਾਮ ਬਣ ਜਾਂਦਾ ਹੈ, ਜਦੋਂ ਰਾਜਾ ਸ਼ਬਦ ਆ ਜਾਂਦਾ ਹੈ, ਜਦੋਂ ਰਾਜਾ ਲਾ ਦਿੱਤਾ ਜਾਂਦਾ ਹੈ, ਫਿਰ ਉਹ ਰਾਜਾ ਕਾਹਦਾ ਹੁੰਦਾ ਹੈ? ਉਹ ਹਰ ਚੀਜ਼ ਦਾ ਰਾਜਾ ਹੁੰਦਾ। ਜਿਹਨੂੰ ਨਾਮ ਦੇਣਾ ਉਹਨੂੰ ਨਾਮ ਦੇਣਾ ਹੈ, ਉਹ ਤਾਂ ਰਾਜਾ ਚਲੋ ਦੁਨਿਆਵੀ ਚੀਜ਼ਾਂ ਦਿੰਦਾ ਹੈ ਨਾ। ਜਦੋਂ ਪਰਮਾਤਮਾ ਸਿੰਘਾਸਨ ਬਖਸ਼ਦਾ ਹੈ, ਜਦੋਂ ਪਰਮਾਤਮਾ ਗੱਦੀ ਬਖਸ਼ਦਾ ਹੈ, ਉਹਦੇ ਬੋਲਾਂ ਦੇ ਵਿੱਚ ਹੀ ਰਤਨ ਹੁੰਦੇ ਨੇ। ਕਹਿਣ ਦਾ ਭਾਵ ਜੇ ਉਹਨੇ ਕਹਿ ਦਿੱਤਾ ਨਾ, ਜਾਂ ਤੈਨੂੰ ਰਤਨ ਮਿਲਣਗੇ, ਜਾਂ ਤੈਨੂੰ ਖਜ਼ਾਨਾ ਮਿਲੇਗਾ, ਜਾਂ ਤੈਨੂੰ ਨਾਮ ਖਜ਼ਾਨਾ ਮਿਲੇਗਾ, ਜਾਂ ਤੈਨੂੰ ਦੁਨੀਆ ਦਾ ਖਜ਼ਾਨਾ ਮਿਲੇਗਾ, ਜਾਂ ਤੂੰ ਰਾਜ ਕਰੇਗਾ, ਤੂੰ ਐਸ਼ ਕਰੇਗਾ, ਉਹਦੇ ਬਚਨਾਂ 'ਚ ਹੀ ਖਜ਼ਾਨਾ ਹੈ। ਬਸ ਇੰਨੀ ਸ਼ਰਧਾ ਬਣਾਓ, ਭਰੋਸਾ ਬਣਾਓ। ਸੋ ਸਤਿਗੁਰ ਦੇ ਪਵਿੱਤਰ ਜਿਹੜੇ ਬਚਨ ਨੇ ਉਹ ਇਹੀ ਕਹਿੰਦੇ ਨੇ ਕਿ ਇਹ ਨਾਮ ਸੰਤਾਂ ਤੋਂ ਪ੍ਰਾਪਤ ਹੋਣਾ ਹੈ। ਸੰਤਾਂ ਦੀ ਕਿਰਪਾ ਤੋਂ ਬਗੈਰ ਨਾਮ ਦਾ ਰੰਗ ਨਹੀਂ ਚੜ੍ਹਨਾ, ਵਿਚੋਲੇ ਬਗੈਰ ਵਿਆਹ ਨਹੀਂ ਹੋਣਾ, ਖੱਟੇ ਬਗੈਰ ਦੁੱਧ ਨਹੀਂ ਜੰਮਣਾ। ਸੰਤ ਕਿਰਪਾ ਨਾਲ ਹੀ ਬ੍ਰਹਮ ਤੱਕ ਪਹੁੰਚਿਆ ਜਾਣਾ। ਗਵਾਹੀ ਬਹੁਤ ਜ਼ਰੂਰੀ ਹੈ। ਪਰਮਾਤਮਾ ਦਾ ਇੱਕ ਨਿਯਮ ਹੈ, ਜਿਵੇਂ ਬੈਂਕ ਵਿੱਚ ਖਾਤਾ ਨਹੀਂ ਖੁੱਲਦਾ
बैंक च दसो जिहदा खाता ना होवे वो गवाही पा दे ते खुल जांदा? नहीं, बैंक च वो बंदा गवाही पाउंदा जिहदा पहला खाता। बस इत्थों समझ लो। ते संतां दा बैंक ही अपना, संत बैंक दे मालक ने। परमात्मा दे घर विच तुहाडा खाता उदों खुलेगा जदों उस परमात्मा दा कोई प्यारा तुहाडी गवाही पाएगा, फिर खाता खुल जाएगा। खाता खुले तो बगैर भी जेड़ा नाम जपी जाएगा ओदा भी थाए नहीं पैंदा। अभ्यास जिन्ना मर्जी हो जाता है पर ओदा लाया प्राप्त नहीं होंदा, परमेश्वर की प्राप्ति नहीं होंदी। ये जिन्ना जिन्ना नूं परमेश्वर की प्राप्ति हुई है उन्हां दी तुसीं खोज करो, उन्हां नूं पुछो ये सवाल कि महाराज जी तुहाडा सीधा कनैक्शन जुड़ गया सी कि किसी ने जोड़िया सी? वो तुहानूं दसणगे आपदे गुरुआं दा नाम, वो दसणगे। बाणी दे विच सारे संत भगत जेड़े रब्बी अवतार सी वो वखरी गल है, पर जिन्ने संतां महात्मा ने आम संसार ते पैदा होके उवें तुसीं भी पैदा होए हो। गुरु धारण करो, गुरु कृपा लो, अपने अंदर दृढ़ विश्वास नाल गहराई च जाके आत्म खोजो। हर चित में युद्ध विचारे, अपने चित नाल युद्ध करो। अपने जिहड़ा भरोसा है ओदी गहराई बनाओ, ओदे नाल दातां प्रतक वरतणगीआं भुलण अंदर सब को अभुल गुरु करतार। फतेह बुलाओ, आखो जी वाहिगुरु जी का खालसा, वाहिगुरु जी की फतेह।